ਤੁਸੀਂ ਵਾਕਈ ਧਰਮ ਪਰਿਵਰਤਨ ਜਬਰੀ ਕਰਵਾਉਂਦੇ ਹੋ? ਪੰਜਾਬ ਦੇ ਅੰਦਰ ਕੀ ਮੁਗਲ ਰਾਜ ਚੱਲ ਰਿਹਾ ਆ ਵੀ ਜਬਰਨ ਧਰਮ ਪਰਿਵਰਤਨ ਕਰਨ ਦਾ ਮਤਲਬ ਆ ਤਲਵਾਰ ਦੀ ਨੋਕ ਤੇ, ਬੰਦੂਕ ਦੀ ਨੋਕ ਤੇ ਜਬਰਨ ਧਰਮ ਪਰਿਵਰਤਨ ਹੋ ਰਿਹਾ ਕਿ ਪੰਜਾਬ ਅੰਦਰ। ਜਬਰਨ ਸ਼ਬਦ ਜਿਹੜਾ ਆ ਤੇ ਇਹ ਤਾਂ ਇੱਕ ਇਦਾਂ ਲੱਗਦਾ ਆ ਵੀ ਜਿੱਦਾਂ ਮੰਨ ਲਓ ਵੀ ਮਸੀਹ ਸਮਾਜ ਨੇ ਤਲਵਾਰਾਂ ਚੱਕੀਆਂ ਹੋਈਆਂ ਆ, ਹਥਿਆਰ ਚੱਕੇ ਹੋਏ ਆ ਔਰ ਹਰੇਕ ਦੇ ਸਿਰ ਤੇ ਜਾਂ ਧੌਣ ਤੇ ਰੱਖ ਦਿੰਦੇ ਆ ਵੀ ਭਾਈ ਧਰਮ ਪਰਿਵਰਤਨ ਕਰਾ ਲਾ, ਨਹੀਂ ਤਾਂ ਅਸੀਂ ਜਾਨੋਂ ਮਾਰ ਦੇਵਾਂਗੇ। ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਲੋਕ ਅੱਜ ਚਰਚਾਂ ਦੀ ਵੱਲ ਆ ਰਹੇ ਆ ਕਿਉਂਕਿ ਉਹ ਸੱਚਾਈ ਨੂੰ ਜਾਣਨਾ ਚਾਹੁੰਦੇ ਆ। ਸੰਵਿਧਾਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਕਿਸੇ ਨੇ ਕੋਈ ਧਰਮ ਅਪਣਾਉਣਾ ਆ ਉਹਨੂੰ ਕਿਸੇ ਪ੍ਰੀਸਟ ਤੋਂ ਵੀ ਆਜ਼ਾਦੀ ਲੈਣ ਦੀ ਲੋੜ ਨਹੀਂ। ਚਾਹੇ ਸਿੱਖ ਧਰਮ, ਚਾਹੇ ਹਿੰਦੂ ਧਰਮ, ਚਾਹੇ ਮੁਸਲਿਮ ਧਰਮ, ਚਾਹੇ ਈਸਾਈ ਧਰਮ, ਚਾਹੇ ਕਿਸੇ ਵੀ ਧਰਮ 'ਚ ਕਿਸੇ ਵਿਅਕਤੀ ਨੇ ਜਾਣਾ ਉਹਨੂੰ ਕਿਸੇ ਤੋਂ ਆਜ਼ਾਦੀ ਲੈਣ ਦੀ ਲੋੜ ਨਹੀਂ। ਸੰਵਿਧਾਨ ਉਹਨੂੰ ਆਜ਼ਾਦੀ ਦੇ ਰਿਹਾ ਆ। ਮੈਂ ਇੱਕ ਪ੍ਰਚਾਰਕ ਦਾ ਇੰਟਰਵਿਊ ਕੀਤਾ, ਉਹ ਕਹਿੰਦੇ ਧਰਮ ਪਰਿਵਰਤਨ ਕਰ ਰਹੇ ਨੇ ਲੋਕ, ਸਾਨੂੰ ਕੋਈ ਦਿੱਕਤ ਨਹੀਂ, ਪਰ ਜਿਹੜਾ ਗੁਰੂ ਦਾ ਸਿੰਘ ਦਿੱਤਾ ਹੋਇਆ ਸ਼ਬਦ ਹੈ ਉਹ ਸਿੰਘ ਹਟਾ ਲਿਆ ਕਰਨ ਫਿਰ ਪਿੱਛੋਂ। ਹੁਣ ਇਤਰਾਜ਼ ਤਾਂ ਪਿਛਲੇ ਦਿਨਾਂ ਦੇ ਵਿੱਚ ਕੀਤਾ ਵੀ ਇਹ ਪੱਗਾਂ ਨਾ ਬੰਨਣ, ਇਹਨਾਂ ਦੇ ਸਿਰ ਤੋਂ ਪੱਗ ਵੀ ਲਾਈ ਜਾਵੇ। ਜਿਹੜੀ ਪੱਗਾਂ ਦੀ ਗੱਲ ਆ ਅੱਜ ਤੋਂ 5000 ਸਾਲ ਪੁਰਾਣੀਆਂ ਗੱਲਾਂ ਦਿਖਾਉਂਦੇ ਵੀ ਸਾਡੇ ਜਿਹੜੇ ਪੂਰਵਜ ਸਨ ਉਹ ਵੀ ਪੱਗਾਂ ਬੰਨ੍ਹਦੇ ਸਨ, ਉਹਨਾਂ ਦੇ ਸਿਰ ਤੇ ਪੱਗਾਂ ਸਨ। ਜਦੋਂ ਉਹਨਾਂ ਨੂੰ ਅੱਗ ਦੀਆਂ ਭੱਠੀਆਂ 'ਚ ਸੱਟਿਆ ਗਿਆ, ਸੰਵਿਧਾਨ ਦੇ ਤੌਰ ਤੇ ਅਸੀਂ ਦੇਖੀਏ ਸੰਵਿਧਾਨ ਸਾਨੂੰ ਸੰਪੂਰਨ ਆਜ਼ਾਦੀ ਦਿੰਦਾ, ਚਾਹੇ ਅਸੀਂ ਪ੍ਰਚਾਰ ਪੱਗ ਬੰਨ੍ਹ ਕੇ ਕਰੀਏ, ਚਾਹੇ ਅਸੀਂ ਆਪਣੇ ਨਾਂ ਦੇ ਮਗਰ ਸਿੰਘ ਲਾਈਏ। ਜੋ ਸਾਡੇ ਬਾਪ ਦਾਦਿਆਂ ਨੇ ਨਾਂ ਰੱਖ ਦਿੱਤਾ ਆ ਉਹਨੂੰ ਅਸੀਂ ਕਿੱਦਾਂ ਬਦਲ ਸਕਦੇ ਹਾਂ? ਬਾਪ ਦਾਦੇ ਦਾ ਧਰਮ ਕੋਈ ਹੋਰ ਹੈ, ਜੇ ਮੁੰਡਾ ਅੱਗੇ ਬਦਲ ਜਾਂਦਾ ਤਾਂ ਫਿਰ ਨਾਮ ਬਦਲਣ ਤੇ ਵੀ ਕੋਈ ਹਰਜ ਨਹੀਂ ਗਾ। ਇਹ ਸਾਇੰਸ ਇਹ ਚੀਜ਼ਾਂ ਕਹਿੰਦੀ ਹੈ ਕਿ ਜੇ ਉਹ ਵੀਡੀਓਜ਼ ਦੇ ਵਿੱਚ ਜੋ ਕੁਝ ਹੋ ਰਿਹਾ ਮਤਲਬ ਫਿਰ ਡਾਕਟਰ ਫੇਲ ਹੋ ਗਏ ਕਿ ਜਿਹੜਾ ਜਨਮਾਂਦਰੂ ਲੱਤਾਂ ਤੋਂ ਚੱਲ ਫਿਰ ਨਹੀਂ ਸਕਦਾ ਉਹਦੇ ਸਿਰ ਤੇ ਹੱਥ ਰੱਖਿਆ ਤਾਂ ਠੀਕ ਹੋ ਗਿਆ। ਪ੍ਰੈਕਟੀਕਲ ਸੋਚੀਏ, ਜਿਹੜੇ ਡਾਕਟਰ ਜਵਾਬ ਦਿੰਦੇ ਨੇ ਉਹ ਬਿਮਾਰੀ ਹੱਥੋਂ ਬਾਹਰ ਹੋ ਜਾਂਦੀ ਹੈ, ਉਹ ਇਲਾਜ ਨਹੀਂ ਉਹਦਾ ਹੁੰਦਾ। ਤੁਸੀਂ ਕੀ ਇਹ ਪ੍ਰੈਕਟੀਕਲ ਕਦੀ ਕੀਤਾ ਵੀ ਜਿਹੜਾ ਡਾਕਟਰ ਨੇ ਜਵਾਬ ਦਿੱਤਾ ਹੋਵੇ ਤੇ ਉਹ ਤੁਹਾਡੇ ਦਰ ਤੇ ਆਇਆ ਤੇ ਉਹ ਠੀਕ ਹੋਇਆ ਹੋਵੇ? ਮੈਨੂੰ ਰਿਪੋਰਟਾਂ ਸਣੇ ਗੱਲ ਕਰਨੀ ਮੇਰੇ ਨਾਲ। ਹਾਂਜੀ, ਜਿਹੜੀ ਸਾਇੰਸ ਆ ਉਹ ਅਨਕੰਪਲੀਟ ਆ। ਅੱਜ ਜਿਹੜੀ ਵਿਗਿਆਨ ਦਾ ਯੁੱਗ ਆ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਪਰਫੈਕਟ ਹੋ ਗਈ ਆ, ਇਹ ਅੱਜ ਵੀ ਪ੍ਰੋਸੈਸਿੰਗ ਦੇ ਵਿੱਚ ਚੱਲ ਰਹੀ ਆ। ਸਾਡੇ ਜਿਹੜੇ ਧਾਰਮਿਕ ਗ੍ਰੰਥ ਆ ਉਹਦੇ ਵਿੱਚ ਯਿਸੂ ਮਸੀਹ ਨੇ ਹੱਥ ਰੱਖਿਆ, ਮੁਰਦਾ ਜੀਵਿਤ ਹੋਇਆ। ਯਿਸੂ ਮਸੀਹ ਨੇ ਅੱਖਾਂ ਨੂੰ ਮਿੱਟੀ ਲਾਈ, ਬਾਈਬਲ ਦੇ ਵਿੱਚ ਦਰਜ ਆ ਗੱਲ। ਇਹੋ ਜਿਹੀਆਂ ਤੁਸੀਂ ਰਿਪੋਰਟਾਂ ਤੁਸੀਂ ਖਾਂਬਰਾ ਚਰਚ ਚਲ ਜਾਓ, ਮੈਂ ਰਿਪੋਰਟ ਲਵਾਂਗਾ ਤੁਹਾਡੇ ਕੋਲ, ਜਿਹੜਾ ਤੁਸੀਂ ਐਗਜ਼ਾਮਪਲ ਦੋਗੇ, ਰਿਪੋਰਟ ਦੋਗੇ, ਜੇ ਗਲਤ ਹੋਏ ਤਾਂ ਤੁਸੀਂ ਗਲਤ ਹੋਵੋਗੇ। ਸ਼ਾਇਦ ਤੁਹਾਡਾ ਬੋਰਡ ਪੜਿਆ ਵੀ ਪਾਪਾਂ ਤੋਂ ਛੁਟਕਾਰਾ ਪਾਉਣ ਲਈ ਇਸ ਦਿਨ ਇਸ ਵਾਰ ਨੂੰ ਉੱਥੇ ਪਹੁੰਚੋ, ਮਤਲਬ ਉਹ ਪਾਪ ਤੁਸੀਂ ਫਿਰ ਉੱਥੇ ਧੋ ਦਿੰਦੇ ਹੋ। ਯਿਸੂ ਮਸੀਹ ਨੂੰ ਸੂਲੀ ਤੇ ਚਾੜ ਦਿੱਤਾ, ਉਹਨੇ ਕੋਈ ਸ਼ਕਤੀ ਦਿਖਾਈ, ਉਹ ਇੱਕ ਉਹਦੇ ਪਿੱਛੇ ਇੱਕ ਜਿਹੜੀ ਭਵਿੱਖਬਾਣੀਆਂ ਹੋਈਆਂ ਸੀ ਉਹ ਪੂਰੀਆਂ ਹੋਈਆਂ। ਯਿਸੂ ਮਸੀਹ ਤਾਂ ਮੁਰਦਿਆਂ ਚੋਂ ਵੀ ਜਿੰਦਾ ਹੋਇਆ ਤੇ ਇਹ ਕਹਿਣਗੇ ਤਾਂ ਇਦਾਂ ਹੋ ਨਹੀਂ ਸਕਦਾ। ਔਰ ਯਿਸੂ ਮਸੀਹ ਤਾਂ ਇਹ ਵੀ ਕਹਿੰਦਾ ਵੀ ਜਿਹੜੇ ਹਜ਼ਾਰਾਂ ਸਾਲਾਂ 'ਚ ਜਿਹੜੇ ਕਬਰਾਂ 'ਚ ਪਏ ਆ ਇਹ ਮੁਰਦੇ ਬਾਹਰ ਆ ਜਾਣਗੇ, ਲੜਾਈ ਤਾਂ ਫੇਰ ਕੀ ਕਰੋਗੇ? ਪ੍ਰੈਕਟੀਕਲ ਇੱਕ ਗੱਲ ਆ, ਆਪਾਂ ਬੰਦਾ ਮਰਿਆ ਰੱਖ ਦਿੰਦੇ, ਤੁਸੀਂ ਜਿੰਦਾ ਕਰ ਦਿਓਗੇ, ਫਿਰ ਪ੍ਰੈਕਟੀਕਲ ਆ ਫਿਰ ਇਹ ਤਾਂ। ਪਿਛਲੇ ਦਿਨੀ ਪੰਜਾਬ ਭਰ ਦੇ ਵਿੱਚ ਕ੍ਰਿਸਚਨ ਭਾਈਚਾਰੇ ਅਤੇ ਸਿੱਖਾਂ ਦੇ ਵਿਚਾਲੇ ਝੜਪ ਹੋਈ ਸੀ, ਜਿਸ ਤੋਂ ਬਾਅਦ ਕ੍ਰਿਸਚਨ ਭਾਈਚਾਰੇ ਦੇ ਉੱਪਰ ਵੱਡੇ ਇਲਜ਼ਾਮ ਵੀ ਲਗਾਏ ਗਏ ਕਿ ਇਹਨਾਂ ਦੇ ਵੱਲੋਂ ਜਬਰੀ ਧਰਮ ਪਰਿਵਰਤਨ ਕੀਤਾ ਜਾਂਦਾ ਹੈ। ਤਾਂ ਉਸ ਮੁੱਦੇ ਨੂੰ ਲੈ ਕੇ ਹੁਣ 27 ਤਰੀਕ ਨੂੰ ਪੰਜਾਬ ਭਰ ਦੇ ਵਿੱਚ ਕਾਲ ਦਿੱਤੀ ਗਈ ਹੈ ਕਿ ਪੰਜਾਬ ਨੂੰ ਬੰਦ ਕੀਤਾ ਜਾਵੇਗਾ। ਮੇਰੇ ਨਾਲ ਕ੍ਰਿਸਚਨ ਆਗੂ ਕਹਿ ਲਓ, ਨੌਜਵਾਨ ਕਹਿ ਲਓ ਕਿ ਸੁਰਜੀਤ ਥਾਪਰ ਨੇ। ਗੱਲਬਾਤ ਕਰਦੇ ਹਾਂ ਕਿ 27 ਤਰੀਕ ਦਾ ਕੀ ਪਲਾਨ ਹੈ ਅਤੇ ਜੋ ਇਲਜ਼ਾਮ ਇਹਨਾਂ ਦੇ ਉੱਪਰ ਲੱਗਦੇ ਨੇ ਇਹਨਾਂ ਦਾ ਸਪਸ਼ਟੀਕਰਨ ਉਸ ਦੇ ਉੱਪਰ ਕੀ ਹੈ। ਥਾਪਰ ਸਾਹਿਬ, ਸਭ ਤੋਂ ਪਹਿਲਾਂ ਇਹੀ ਕਿ ਜੋ ਤਰਨਤਾਰਨ ਦੇ ਏਰੀਆ ਦੇ ਵਿੱਚ ਹੋਇਆ, ਜੰਡਿਆਲਾ ਗੁਰੂ 'ਚ ਹੋਇਆ, ਜਾਂ ਉਸ ਤੋਂ ਬਾਅਦ ਇਲਜ਼ਾਮਬਾਜ਼ੀਆਂ ਦਾ ਦੌਰ ਚੱਲਿਆ, ਤੁਸੀਂ ਵਾਕਈ ਧਰਮ ਪਰਿਵਰਤਨ ਜਬਰੀ ਕਰਵਾਉਂਦੇ ਹੋ? ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੋ ਤੁਹਾਡਾ ਬਹੁਤ ਅੱਛਾ ਸਵਾਲ ਹੈ। ਮੇਰਾ ਨਾਮ ਸੁਰਜੀਤ ਥਾਪਰ ਆ ਔਰ ਮੈਂ ਦੱਸਣਾ ਚਾਹੁੰਦਾ, ਤੁਸੀਂ ਸਵਾਲ ਤਾਂ ਬਹੁਤ ਅੱਛਾ ਕੀਤਾ ਲੇਕਿਨ ਇਹ ਤੁਹਾਡਾ ਸਵਾਲ ਨਹੀਂ, ਇਹ ਸਿੱਖ ਜਥੇਬੰਦੀਆਂ ਦੇ ਜਿਹੜੇ ਸਿੱਖ ਸਾਹਿਬਾਨ ਸਾਡੇ ਲੀਡਰ ਨੇ ਔਰ ਜਿਹੜੇ ਉਹਨਾਂ ਦੇ ਕਥਾਵਾਚਕ ਨੇ ਉਹ ਕਹਿ ਰਹੇ ਨੇ ਵੀ ਅਸੀਂ ਜਬਰਨ ਧਰਮ ਪਰਿਵਰਤਨ ਕਰਾ ਰਹੇ ਹਾਂ। ਤੁਸੀਂ ਇਹ ਦੇਖੋ ਕਿ ਪੰਜਾਬ ਦੇ ਅੰਦਰ ਕੀ ਮੁਗਲ ਰਾਜ ਚੱਲ ਰਿਹਾ ਆ ਵੀ ਜਬਰਨ ਧਰਮ ਪਰਿਵਰਤਨ ਕਰਨ ਦਾ ਮਤਲਬ ਆ ਤਲਵਾਰ ਦੀ ਨੋਕ ਤੇ, ਬੰਦੂਕ ਦੀ ਨੋਕ ਤੇ ਜਬਰਨ ਧਰਮ ਪਰਿਵਰਤਨ ਹੋ ਰਿਹਾ ਕਿ ਪੰਜਾਬ ਅੰਦਰ। ਜਬਰਨ ਸ਼ਬਦ ਜਿਹੜਾ ਆ ਤੇ ਇਹ ਤਾਂ ਇੱਕ ਇਦਾਂ ਲੱਗਦਾ ਆ ਵੀ ਜਿੱਦਾਂ ਮੰਨ ਲਓ ਵੀ ਮਸੀਹ ਸਮਾਜ ਨੇ ਤਲਵਾਰਾਂ ਚੱਕੀਆਂ ਹੋਈਆਂ ਆ, ਹਥਿਆਰ ਚੱਕੇ ਹੋਏ ਆ
ਔਰ ਹਰੇਕ ਦੇ ਸਿਰ ਤੇ ਜਾਂ ਧੌਣ ਤੇ ਰੱਖ ਦਿੰਦੇ ਆ ਵੀ ਭਾਈ ਧਰਮ ਪਰਿਵਰਤਨ ਕਰਾ ਲਾ, ਨਹੀਂ ਤਾਂ ਅਸੀਂ ਜਾਨੋਂ ਮਾਰ ਦੇਵਾਂਗੇ। ਜਬਰਨ ਧਰਮ ਪਰਿਵਰਤਨ ਨਹੀਂ, ਇਹ ਜਿਹੜੇ ਲੋਕ ਮਸੀਹ ਦੇ ਵਿੱਚ ਆ ਰਹੇ ਆ ਉਹ ਸਾਡੇ ਪ੍ਰਚਾਰਕਾਂ ਤੋਂ ਪ੍ਰਭਾਵਿਤ ਹੋ ਕੇ, ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਲੋਕ ਅੱਜ ਚਰਚਾਂ ਦੀ ਵੱਲ ਆ ਰਹੇ ਆ, ਕਿਉਂਕਿ ਉਹ ਸੱਚਾਈ ਨੂੰ ਜਾਣਨਾ ਚਾਹੁੰਦੇ ਆ। ਸੱਚਾਈ ਉਹਨਾਂ ਨੇ ਜਾਣ ਲਈ ਆ, ਇਸੇ ਕਰਕੇ ਉਹ ਪ੍ਰਭੂ ਦੇ ਨਾਲ ਜੁੜ ਰਹੇ ਆ, ਉਸ ਅਕਾਲ ਪੁਰਖ ਨਾਲ ਜੁੜ ਰਹੇ ਆ। ਥੋੜਾ ਜਿਹਾ ਮੈਂ ਆਪ ਸਮਝਣਾ ਚਾਹੁੰਦਾ ਕਿ ਧਰਮ ਪਰਿਵਰਤਨ ਹੈ ਕੀ ਚੀਜ਼, ਕੀ ਉਹਦੇ ਨਾਲ ਧਰਮ ਬਦਲਿਆ ਜਾਂਦਾ, ਕੀ ਉਹਦੇ ਨਾਲ ਨਾਮ ਬਦਲਿਆ ਜਾਂਦਾ, ਜਾਂ ਕੀ ਇਹ ਹੈ ਕੀ ਆ? ਥੋੜਾ ਜਿਹਾ ਡੈਫੀਨੇਸ਼ਨ ਦਿਓ ਧਰਮ ਪਰਿਵਰਤਨ ਦੀ, ਤਾਂ ਕੀ ਹੈ ਕਿ ਵਾਕਈ ਹੁੰਦਾ ਹੈ ਉਹਦਾ ਤੁਸੀਂ ਧਰਮ ਪਰਿਵਰਤਨ ਕਰਵਾਉਂਦੇ ਹੋ ਤੁਸੀਂ? ਨਹੀਂ, ਧਰਮ ਪਰਿਵਰਤਨ ਤਾਂ ਇੱਕ ਸੰਵਿਧਾਨਿਕ ਅਧਿਕਾਰ ਆ ਮਨੁੱਖ ਦਾ। ਜਿਹੜਾ ਕੋਈ ਵਿਅਕਤੀ ਜਾਂ ਕਿਸੇ ਧਰਮ ਦੇ ਵਿੱਚ ਰਹਿ ਰਿਹਾ ਆ, ਜਾਂ ਉੱਥੇ ਦੀ ਸਿੱਖਿਆ ਜਾਂ ਉੱਥੇ ਦੀ ਆਈਡੀਓਲੋਜੀ ਜਾਂ ਉਸ ਵਿਚਾਰਧਾਰਾ ਤੋਂ ਪੀੜਿਤ ਆ, ਜਾਂ ਮੰਨ ਲਓ ਉਸ ਵਿਚਾਰਧਾਰਾ ਨੂੰ ਉਹ ਲੱਗਦਾ ਆ ਵੀ ਇਸ ਜਗ੍ਹਾ ਤੇ ਮੈਨੂੰ ਘੁੱਟਣ ਮਹਿਸੂਸ ਹੋ ਰਹੀ ਆ, ਜਾਂ ਉਹਨੂੰ ਲੱਗ ਰਿਹਾ ਆ ਵੀ ਮੈਂ ਕੁਛ ਉਸ ਜਿਹੜੀ ਆਈਡੀਓਲੋਜੀ ਆ ਜਾਂ ਉਸ ਸਿੱਖਿਆ ਤੋਂ ਪ੍ਰਭਾਵਿਤ ਆ, ਤੇ ਇੱਕ ਸੰਵਿਧਾਨਿਕ ਅਧਿਕਾਰ ਆ ਵੀ ਕੋਈ ਵਿਅਕਤੀ ਕਿਸੇ ਵੀ ਧਰਮ ਵਿੱਚ ਜਾ ਸਕਦਾ ਹੈ। ਇੱਥੇ ਲੋਕਤੰਤਰ ਆ, ਡੈਮੋਕ੍ਰੇਸੀ ਆ, ਡੈਮੋਕ੍ਰੇਸੀ ਦੇ ਵਿੱਚ ਹਰ ਵਿਅਕਤੀ ਨੂੰ ਅਧਿਕਾਰ ਆ, ਕੋਈ ਵੀ ਕਿਸੇ ਧਰਮ 'ਚ ਵੀ ਜਾ ਸਕਦਾ। ਅੱਜ ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਇਹ ਕ੍ਰਿਸਚਨ ਭਾਈ ਆ, ਜਿਹੜੇ ਇਹ ਜਿਹਨਾਂ ਫੋਰਨਰਸ ਆ, ਉਹ ਅੱਜ ਇਹ ਪੱਗਾਂ ਬੰਨ੍ਹ ਰਹੇ ਆ, ਗੁਰਦੁਆਰੇ ਜਾ ਰਹੇ ਆ, ਨਗਰ ਕੀਰਤਨ ਕੱਢ ਰਹੇ ਆ। ਉੱਥੇ ਅਸੀਂ ਦੇਖ ਰਹੇ ਆ, ਉੱਥੇ ਜਿਹੜੀਆਂ ਯਾਤਰਾਵਾਂ ਕੀਤੀਆਂ ਜਾਂਦੀਆਂ ਆ, ਸ਼ੋਭਾ ਯਾਤਰਾਵਾਂ ਕੀਤੀਆਂ ਜਾਂਦੀਆਂ ਆ, ਉਹਦੇ ਵਿੱਚ ਉਹ ਅੱਜ ਸਿੱਖੀ ਦੇ ਨਾਲ ਜੁੜੇ ਆ ਜਾਂ ਸਿੱਖੀ ਬਾਣਾ ਪਾਇਆ ਆ। ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹ ਸੰਪੂਰਨ ਤੌਰ ਤੇ ਆਜ਼ਾਦੀ ਹੈ, ਕੋਈ ਵੀ ਕਿਸੇ ਨਾਲ। ਪਰ ਜਿਹੜੀ ਸਿੱਖਿਆ ਆ, ਸਿੱਖਿਆ ਤੋਂ ਪ੍ਰਭਾਵਿਤ ਹੋ ਕੇ, ਮਸੀਹ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ, ਪ੍ਰਭੂ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਲੋਕ ਅੱਜ ਜੁੜਦੇ ਜਾ ਰਹੇ ਆ, ਜਿਹਦੇ ਕਰਕੇ ਸਾਨੂੰ ਸੰਵਿਧਾਨ ਨੇ ਵੀ ਅਧਿਕਾਰ ਦਿੱਤਾ, ਕੋਈ ਵੀ ਕਿਸੇ ਧਰਮ ਵਿੱਚ ਜਾ ਸਕਦਾ ਹੈ। ਕੱਲ ਇਹ ਵੀ ਦੱਸਿਓ ਕਿ ਜਿਵੇਂ ਕੋਈ ਧਰਮ ਪਰਿਵਰਤਨ ਕਰਵਾਉਂਦਾ ਹੈ ਜਾਂ ਆਪਣੀ ਮਰਜ਼ੀ ਦੇ ਨਾਲ ਉਹ ਤੁਹਾਡੇ ਭਾਈਚਾਰੇ ਦੇ ਵਿੱਚ ਆਉਂਦਾ ਹੈ, ਤਾਂ ਉਹਨਾਂ ਦਾ ਫਿਰ ਨਾਮ ਵੀ ਬਦਲਿਆ ਜਾਂਦਾ ਹੈ ਕਿ ਨਾਮ, ਜੇ ਮੰਨ ਲਓ ਵੀ ਮੇਰਾ ਨਾਮ ਮਨਦੀਪ ਸਿੰਘ ਹੈ, ਤੇ ਉਹ ਫਿਰ ਧਰਮ ਪਰਿਵਰਤਨ ਕਰਨ ਤੋਂ ਬਾਅਦ ਮਨਦੀਪ ਸਿੰਘ ਹੀ ਰਹਿ ਜਾਂਦਾ? ਦੇਖੋ ਜੀ, ਇਹ ਵੀ ਇੱਕ ਗੈਰ ਸੰਵਿਧਾਨਿਕ ਗੱਲ ਕੀਤੀ ਜਾ ਰਹੀ ਆ। ਜਦੋਂ ਧਰਮ ਵਿਅਕਤੀ ਦਾ ਬਦਲਿਆ ਜਾਂਦਾ ਆ ਤੇ ਉਹਦੇ ਮਗਰ ਨਾਂ ਨਾ ਕੋਈ ਮਤਲਬ ਨਹੀਂ। ਸੰਵਿਧਾਨ ਦੇ ਵਿੱਚ ਇਦਾਂ ਦਾ ਕੋਈ ਪ੍ਰੋਟੋਕਾਲ ਨਹੀਂ ਹੈਗਾ, ਸੰਵਿਧਾਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਕਿਸੇ ਨੇ ਕੋਈ ਧਰਮ ਅਪਣਾਉਣਾ ਆ, ਉਹਨੂੰ ਕਿਸੇ ਪ੍ਰੀਸਟ ਤੋਂ ਵੀ ਆਜ਼ਾਦੀ ਲੈਣ ਦੀ ਲੋੜ ਨਹੀਂ। ਚਾਹੇ ਕੋਈ ਵੀ ਪ੍ਰੀਸਟ ਆ, ਚਾਹੇ ਸਿੱਖ ਧਰਮ, ਚਾਹੇ ਹਿੰਦੂ ਧਰਮ, ਚਾਹੇ ਮੁਸਲਿਮ ਧਰਮ, ਚਾਹੇ ਈਸਾਈ ਧਰਮ, ਚਾਹੇ ਕਿਸੇ ਵੀ ਧਰਮ 'ਚ ਕਿਸੇ ਵਿਅਕਤੀ ਨੇ ਜਾਣਾ, ਉਹਨੂੰ ਕਿਸੇ ਤੋਂ ਆਜ਼ਾਦੀ ਲੈਣ ਦੀ ਲੋੜ ਨਹੀਂ। ਸੰਵਿਧਾਨ ਉਹਨੂੰ ਆਜ਼ਾਦੀ ਦੇ ਰਿਹਾ ਆ। ਇਹ ਸਵਾਲ ਮੈਂ ਤੁਹਾਨੂੰ ਇਸ ਕਰਕੇ ਕੀਤਾ, ਮੈਂ ਇੱਕ ਪ੍ਰਚਾਰਕ ਦਾ ਇੰਟਰਵਿਊ ਕੀਤਾ, ਉਹ ਕਹਿੰਦੇ ਧਰਮ ਪਰਿਵਰਤਨ ਕਰ ਰਹੇ ਨੇ ਲੋਕ, ਸਾਨੂੰ ਕੋਈ ਦਿੱਕਤ ਨਹੀਂ, ਪਰ ਜਿਹੜਾ ਗੁਰੂ ਦਾ ਸਿੰਘ ਦਿੱਤਾ ਹੋਇਆ ਸ਼ਬਦ ਹੈ ਉਹ ਸਿੰਘ ਹਟਾ ਲਿਆ ਕਰਨ ਫਿਰ ਪਿੱਛੋਂ। ਦੇਖੋ ਜੀ, ਹੁਣ ਇਤਰਾਜ਼ ਤਾਂ ਪਿਛਲੇ ਦਿਨਾਂ ਦੇ ਵਿੱਚ ਕੀਤਾ ਵੀ ਇਹ ਪੱਗਾਂ ਨਾ ਬੰਨਣ, ਇਹਨਾਂ ਦੇ ਸਿਰ ਤੋਂ ਪੱਗ ਵੀ ਲਾਈ ਜਾਵੇ। ਹੁਣ ਮੇਰੀ ਗੱਲ ਸੁਣੋ, ਜਿਹੜਾ ਸਿੱਖ ਸ਼ਬਦ ਆ ਬਾਈਬਲ ਦੇ ਵਿੱਚ ਅਸੀਂ ਦਿਖਾ ਦਿੰਦੇ ਆ। ਜਿਹੜੀ ਪੱਗਾਂ ਦੀ ਗੱਲ ਆ, ਅੱਜ ਤੋਂ 5000 ਸਾਲ ਪੁਰਾਣੀਆਂ ਗੱਲਾਂ ਦਿਖਾਉਂਦੇ ਵੀ ਸਾਡੇ ਜਿਹੜੇ ਪੂਰਵਜ ਸਨ ਉਹ ਵੀ ਪੱਗਾਂ ਬੰਨ੍ਹਦੇ ਸਨ, ਉਹਨਾਂ ਦੇ ਸਿਰ ਤੇ ਪੱਗਾਂ ਸਨ। ਜਦੋਂ ਉਹਨਾਂ ਨੂੰ ਅੱਗ ਦੀਆਂ ਭੱਠੀਆਂ 'ਚ ਸੱਟਿਆ ਗਿਆ ਤੇ ਬਾਈਬਲ ਦੇ ਵਿੱਚ ਲਿਖਿਆ ਆ ਵੀ ਉਹਨਾਂ ਦੀਆਂ ਪੱਗਾਂ ਨਾਲ ਬੰਨ੍ਹ ਕੇ ਉਹਨਾਂ ਨੂੰ ਅੱਗ 'ਚ ਸਿੱਟ ਦਿੱਤਾ ਗਿਆ ਸੀ, ਤੇ ਜਿਹੜੀ ਅੱਗ ਦੇ ਨਾਲ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਕੋਈ ਨੁਕਸਾਨ ਨਹੀਂ ਹੋਇਆ। ਉਹ ਅੱਗ ਦੀ ਭੱਠੀਆਂ 'ਚੋਂ ਬਾਹਰ ਨਿਕਲੇ, ਪਰਮੇਸ਼ਰ ਦੀ ਅਪਾਰ ਕਿਰਪਾ ਹੋਈ ਉਹਨਾਂ ਤੇ। ਇਹ ਨਹੀਂ ਵੀ ਤੁਸੀਂ ਗੱਲ ਕਰੋ ਵੀ ਲੱਗਦਾ ਸਾਰਿਆਂ ਤੇ ਆ, ਜਿਹੜੇ ਪ੍ਰਮਾਤਮਾ ਨਾਲ ਜੁੜੇ ਆ, ਜਿਹੜੇ ਉਹ ਅਕਾਲ ਪੁਰਖ ਨਾਲ ਜੁੜੇ ਆ, ਜਿਹੜੇ ਪਰਮੇਸ਼ਰ ਨਾਲ ਜੁੜੇ ਆ, ਉਹਨਾਂ ਤੇ ਕਿਰਪਾ। ਪੱਗ ਵੀ ਜਿਹੜੇ ਆ, ਜੇ ਪੱਗ ਦੀ ਅਸੀਂ ਪ੍ਰਥਾ ਦੇਖੀਏ ਤੇ ਉਹ ਵੀ ਬਾਈਬਲ ਦੇ ਵਿੱਚ ਪਹਿਲਾਂ ਆ। ਤੇ ਜੇ ਅਸੀਂ ਸਿੰਘ ਸ਼ਬਦ ਦੀ ਕਹੀਏ, ਪਹਿਲੀ ਗੱਲ ਤਾਂ ਭਾਰਤ ਦੇ ਸੰਵਿਧਾਨ ਨਾਲ ਅਸੀਂ ਚੱਲਣਾ ਆ, ਕਿਸੇ ਧਰਮ ਨੇ ਇਸ ਦੇਸ਼ ਨੂੰ ਨਹੀਂ ਚਲਾ ਰਿਹਾ। ਇਹ ਇੱਕ ਆਜ਼ਾਦ ਮੁਲਕ ਆ, ਇੱਥੇ ਕੋਈ ਕਿਸੇ ਦਾ ਪਰਸਨਲੀ ਇਸ ਦੇਸ਼ ਦਾ ਕੋਈ ਆਪਣਾ ਧਰਮ ਨਹੀਂ ਹੈਗਾ। ਜੇ ਤੁਹਾਡਾ ਮੇਰਾ ਨਾਮ ਸੁਰਜੀਤ ਸਿੰਘ ਆ, ਲੇਕਿਨ ਕਾਫੀ ਸਮੇਂ ਤੋਂ ਮੇਰਾ ਨਾਮ ਸੁਰਜੀਤ ਥਾਪਰ ਸਾਰੇ ਕਹਿੰਦੇ ਆ। ਚਲੋ ਸਾਨੂੰ ਇਹ ਸੀ ਕੋਈ ਵਿਵਾਦ ਨਾ ਹੋਵੇ। ਮੇਰਾ ਫਾਦਰ ਸਾਹਿਬ ਜਿਹੜੇ ਆ ਉਹ ਵੀ ਟਰਬਨ ਬੰਨ੍ਹਦੇ ਸਨ, ਤੇ ਪਰਿਵਾਰ ਦੇ ਵਿੱਚ ਵੀ ਸਾਨੂੰ ਇਹ ਸੀ ਕੋਈ ਵਿਵਾਦ ਨਾ ਹੋਵੇ। ਅਸੀਂ ਤਾਂ ਇਸ ਗੱਲ ਤੋਂ ਵੀ ਚਲੋ ਇਸ ਕੰਟਰੋਵਰਸੀ ਦੇ ਵਿੱਚ ਕੀ ਪੈਣਾ, ਲੇਕਿਨ ਜੇ ਕਹੋਗੇ ਧੱਕੇ ਨਾਲ, ਤੇ ਸਾਨੂੰ ਸੰਵਿਧਾਨ ਦੇ ਤੌਰ ਤੇ ਅਸੀਂ ਦੇਖੀਏ, ਸੰਵਿਧਾਨ ਸਾਨੂੰ ਸੰਪੂਰਨ ਆਜ਼ਾਦੀ ਦਿੰਦਾ। ਚਾਹੇ ਅਸੀਂ ਪ੍ਰਚਾਰ ਪੱਗ ਬੰਨ੍ਹ ਕੇ ਕਰੀਏ, ਚਾਹੇ ਅਸੀਂ ਆਪਣੇ ਨਾਂ ਦੇ ਮਗਰ ਸਿੰਘ ਲਾਈਏ, ਜੋ ਸਾਡੇ ਬਾਪ ਦਾਦਿਆਂ ਨੇ ਨਾਂ ਰੱਖ ਦਿੱਤਾ ਆ, ਉਹਨੂੰ ਅਸੀਂ ਕਿੱਦਾਂ ਬਦਲ ਸਕਦੇ ਹਾਂ? ਇਹ ਸਾਡਾ ਪਰਸਨਲੀ ਮੈਟਰ ਆ। ਜੇ ਅਸੀਂ ਆਪਣੇ ਨਾਮ ਨੂੰ ਚੇਂਜ ਕਰਨਾ, ਸਾਡਾ ਬਾਪ ਦਾਦੇ ਦਾ ਧਰਮ ਕੋਈ ਹੋਰ ਹੈ, ਜੇ ਮੁੰਡਾ ਅੱਗੇ ਬਦਲ ਜਾਂਦਾ ਤਾਂ ਫਿਰ ਨਾਮ ਬਦਲਣ ਤੇ ਵੀ ਕੋਈ ਹਰਜ ਨਹੀਂਗਾ। ਨਹੀਂ, ਕਈ ਲੋਕਾਂ ਨੇ ਨਾਮ ਆਪਣੇ ਚੇਂਜ ਕੀਤੇ ਆ, ਇਹ ਵੀ ਕੋਈ ਗੱਲ ਨਹੀਂ, ਲੇਕਿਨ ਉਸ ਵਿਅਕਤੀ ਤੇ ਡਿਪੈਂਡ ਆ। ਜਿਹੜਾ ਵਿਅਕਤੀ ਜਾਂ ਕਿਸੇ ਧਰਮ ਵਿੱਚ ਜਾ ਰਿਹਾ, ਜੇ ਉਹ ਆਪਣਾ ਉਹੀ ਨਾਮ ਰੱਖਣਾ ਚਾਹੁੰਦਾ ਆ, ਤੇ ਉਹਦਾ ਪਰਸਨਲੀ ਮੈਟਰ ਆ। ਇਸੇ ਕਰਕੇ ਭਾਰਤ ਦਾ ਸੰਵਿਧਾਨ ਉਹਨੂੰ ਕੋਈ ਰੋਕ ਟੋਕ ਨਹੀਂ ਕਰ ਰਿਹਾ ਆ। ਉਹ ਜੇ ਉਹਨੇ ਨਾਮ ਚੇਂਜ ਕਰਨਾ, ਠੀਕ ਆ। ਦੇਖੋ, ਇਹ ਦੇਸ਼ ਸੰਵਿਧਾਨ ਨਾਲ ਚੱਲ ਰਿਹਾ ਆ,
ਕਿਸੇ ਧਰਮ ਨਾਲ ਨਹੀਂ ਚੱਲ ਰਿਹਾ। ਇਹ ਧਰਮ ਦਾ ਤਾਂ ਸਿਰਫ ਦਬਾਅ ਬਣਾਇਆ ਜਾ ਰਿਹਾ ਆ। ਇਹ ਦਬਾਅ ਬਣਾ ਕੇ ਸਵਾਲ ਕਿੱਥੋਂ ਆਇਆ ਫਿਰ ਜਬਰੀ ਧਰਮ ਪਰਿਵਰਤਨ ਦਾ? ਇਹ ਸਵਾਲ ਕਿੱਥੋਂ ਆਇਆ? ਕਿਉਂਕਿ ਮੇਰਾ ਸਵਾਲ ਲੈ ਲਿਓ, ਕਹਿੰਦੇ ਕਿ ਜਿਹੜਾ ਕ੍ਰਿਸਚਨ ਇਹ ਭਾਈਚਾਰਾ ਹੈ ਜਾਂ ਇਹ ਰੀਜਨ ਹੈ, ਤਾਂ ਇਹ ਤਾਂ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਸਭ ਤੋਂ ਵੱਧ ਇਸ ਨੂੰ ਮੰਨਿਆ ਜਾਂਦਾ, ਫੋਲੋ ਲੋਕ ਇਹਨੂੰ ਕਰਦੇ, ਪਰ ਜਿਵੇਂ ਇੱਥੇ ਉੱਚੀ ਉੱਚੀ ਬੋਲਿਆ ਜਾਂਦਾ, ਉੱਚੀ ਉੱਚੀ ਮਤਲਬ ਦੱਸਿਆ ਜਾਂਦਾ, ਹੱਥ ਰੱਖਿਆ ਜਾਂਦਾ, ਉਹ ਅਗਲਾ ਕੋਈ ਚੀਜ਼ ਆਉਂਦੀ ਹੈ, ਮਤਲਬ ਲੋਕ ਕਹਿੰਦੇ ਕਿ ਇਹ ਐਕਟਿੰਗ ਹੁੰਦੀ ਹੈ, ਕਿ ਲੋਕ ਜੇ ਜਨਮ ਤੋਂ ਚੱਲ ਫਿਰ ਨਹੀਂ ਸਕਦੇ ਤੇ ਉਹ ਉੱਥੇ ਆ ਕੇ ਠੀਕ ਹੋ ਰਹੇ ਨੇ। ਕਈ ਚੀਜ਼ਾਂ ਤੇ ਇਤਰਾਜ਼ ਹੈ ਲੋਕਾਂ ਨੂੰ ਵੀ ਇਹ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ। ਦੇਖੋ ਜੀ, ਇਹ ਇਤਰਾਜ਼ ਤਾਂ ਯਹੂਦੀ ਕੌਮ ਨੂੰ ਵੀ ਸੀ ਜਦੋਂ ਪ੍ਰਭੂ ਯਿਸੂ ਮਸੀਹ ਨੇ ਕੰਮ ਕੀਤੇ, ਜਦੋਂ ਲੰਗੜੇ ਚੱਲੇ, ਅੰਨੇ ਸੁਜਾਖੇ ਹੋਏ, ਮੁਰਦੇ ਯਿਸੂ ਮਸੀਹ ਨੇ ਜਿੰਦੇ ਕੀਤੇ। ਉਸ ਸਮੇਂ ਰੋਮ ਸਰਕਾਰ ਜਿਹੜੀ ਸੀਗੀ ਉੱਥੇ ਦਾ ਜਿਹੜਾ ਸ਼ਾਸਨ ਸੀ ਉਹ ਵੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਕਿਸ ਤਰ੍ਹਾਂ ਹੋ ਰਿਹਾ ਹੈ। ਹੁਣ ਅੱਜ ਵੀ ਇਹ ਗੱਲ ਆ, ਅੱਜ ਤੋਂ 2000 ਸਾਲ ਪਹਿਲਾਂ ਵੀ ਉੱਥੇ ਦੀਆਂ ਹਕੂਮਤਾਂ ਇਸ ਗੱਲ ਤੋਂ ਸੀ ਵੀ ਇਹ ਨਹੀਂ ਹੋ ਸਕਦਾ, ਇਹ ਕਿੱਦਾਂ ਪਵਿੱਤਰ ਆਤਮਾ ਨਾਲ। ਸਿੱਖਾਂ ਨੂੰ ਯਹੂਦੀਆਂ ਦੇ ਨਾਲ ਕੰਪੈਰੀਜ਼ਨ ਕਰ ਰਹੇ, ਸਿੱਖਾਂ ਨੂੰ ਯਹੂਦੀਆਂ ਨਾਲ ਕੰਪੈਰੀਜ਼ਨ ਨਹੀਂ ਕਰ ਰਿਹਾ, ਲੇਕਿਨ ਅੱਜ ਜਿਹੜੇ ਯਹੂਦੀ ਆ, ਅੱਜ ਉਹਨਾਂ ਨੇ ਕ੍ਰਿਸਚੈਨਿਟੀ ਧਰਮ ਨੂੰ ਅਪਣਾ ਲਿਆ। ਅੱਜ ਜਿਹੜੀ ਰੋਮ ਸਰਕਾਰ ਆ, ਅੱਜ ਕੀ ਆ ਉਹਨਾਂ ਦਾ ਅੱਜ ਧਰਮ ਕਿਹੜਾ ਆ? ਮਸੀਹ ਧਰਮ ਆ। ਸ਼ਾਇਦ ਇੱਥੇ ਦੀ ਜਿਹੜੀ ਹਕੂਮਤ ਆ ਆਉਣ ਵਾਲੇ ਸਮੇਂ ਸ਼ਾਇਦ ਉਹ ਵੀ ਐਕਸੈਪਟ ਕਰ ਲਵੇ ਵੀ ਜਿਹੜੀ ਸਿੱਖਿਆ ਆ। ਅਸਲ ਦੇ ਵਿੱਚ ਹੁੰਦਾ ਠੀਕ ਹੈ, ਮੈਂ ਕਦੀ ਗਿਆ ਨਹੀਂ, ਵੀਡੀਓਜ਼ ਦੇਖੀਆਂ ਨੇ ਕਿ ਤੁਸੀਂ ਕਹਿੰਦੇ ਹੋ ਕਿ ਇਹ ਇੰਨੇ ਚਿਰ ਤੋਂ, ਇੰਨੇ ਸਾਲਾਂ ਤੋਂ ਪੌੜੀਆਂ ਤੇ ਸੀਗਾ, ਚੱਲ ਫਿਰ ਨਹੀਂ ਸੀ ਸਕਦਾ, ਉੱਥੇ ਉਹ ਹੱਥ ਰੱਖਦੇ ਨੇ, ਉੱਚੀ ਉੱਚੀ ਜਕਾਰੇ ਲਾਉਂਦੇ ਨੇ, ਤਾਂ ਉਹ ਠੀਕ ਹੋ ਜਾਂਦਾ। ਇਹ ਚੀਜ਼ਾਂ ਕੀ ਨੇ? ਇਹ ਕੀ ਅਸਲ ਹੈ ਕਿ ਐਕਟਿੰਗ ਹੈ ਕਿ ਇਹ ਦਿਖਾਉਣ ਲਈ ਹੈ ਲੋਕਾਂ ਨੂੰ? ਦੇਖੋ ਜੀ, ਹੁਣ ਤੁਸੀਂ ਗੱਲ ਕਰ ਰਹੇ ਹੋ, ਮੈਂ ਤੁਹਾਨੂੰ ਫਿਰ ਦੱਸ, ਮੈਂ ਸੰਵਿਧਾਨ ਦੇ ਵਿੱਚੋਂ ਰਹਿ ਕੇ ਗੱਲ ਕਰੂੰਗਾ। ਸੰਵਿਧਾਨ ਦੇ ਵਿੱਚ ਆਰਟੀਕਲ 25 ਤੋਂ ਲੈ ਕੇ 28 ਦੇ ਵਿੱਚ ਕਈ ਗੱਲਾਂ। ਸਾਇੰਸ ਵੀ ਹੁੰਦੀ ਨਾ ਇੱਕ ਚੀਜ਼, ਜੇ ਸੰਵਿਧਾਨ ਹੈ, ਜੇ ਸਾਇੰਸ ਇਹ ਚੀਜ਼ਾਂ ਕਹਿੰਦੀ ਹੈ ਕਿ ਜੇ ਉਹ ਵੀਡੀਓਜ਼ ਦੇ ਵਿੱਚ ਜੋ ਕੁਝ ਹੋ ਰਿਹਾ, ਮਤਲਬ ਫਿਰ ਡਾਕਟਰ ਫੇਲ ਹੋ ਗਏ ਕਿ ਜਿਹੜਾ ਜਨਮਾਂਦਰੂ ਲੱਤਾਂ ਤੋਂ ਚੱਲ ਫਿਰ ਨਹੀਂ ਸਕਦਾ, ਉਹਦੇ ਸਿਰ ਤੇ ਹੱਥ ਰੱਖਿਆ ਤਾਂ ਠੀਕ ਹੋ ਗਿਆ। ਤੁਸੀਂ ਬਹੁਤ ਅੱਛਾ ਸਵਾਲ ਕੀਤਾ, ਇਸ ਗੱਲ ਦਾ ਮੈਂ ਤੁਹਾਨੂੰ ਜਵਾਬ ਦੇਣਾ ਚਾਹੁੰਦਾ। ਜਿਹੜੀ ਸਾਇੰਸ ਆ ਉਹ ਅਨਕੰਪਲੀਟ ਆ। ਹਾਂਜੀ, ਇਹ ਪ੍ਰੋਸੈਸਿੰਗ ਦੇ ਵਿੱਚ ਆ। ਅੱਜ ਜਿਹੜੀ ਵਿਗਿਆਨ ਦਾ ਯੁੱਗ ਆ, ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਪਰਫੈਕਟ ਹੋ ਗਈ ਆ, ਇਹ ਅੱਜ ਵੀ ਪ੍ਰੋਸੈਸਿੰਗ ਦੇ ਵਿੱਚ ਚੱਲ ਰਹੀ ਆ। ਉਹਨੂੰ ਜੇ ਤੁਸੀਂ ਅੱਜ ਕਹਿ ਦੋ ਅੱਜ ਦੇ ਯੁੱਗ ਦੇ ਵਿੱਚ ਕੋਈ ਸਾਇੰਸ ਦਾ ਯੁੱਗ ਆ, ਤੁਸੀਂ ਅੱਜ ਦੇ ਯੁੱਗ ਦੇ ਵਿੱਚ ਕਹਿ ਦੋ ਜੀ ਇਹ ਤਾਂ ਜੀ ਇਹੀ ਅਟੱਲ ਆ ਵੀ ਕੀ ਇਹ ਨਵੀਂ ਟੈਕਨੋਲੋਜੀ ਨਹੀਂ ਆ ਸਕਦੀ? ਹੱਥ ਰੱਖਣ ਵਾਲੀ ਟੈਕਨੋਲੋਜੀ ਤਾਂ ਨਹੀਂ ਹੈ। ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੁੰਦਾ। ਸਾਡੇ ਜਿਹੜੇ ਧਾਰਮਿਕ ਗ੍ਰੰਥ ਆ ਉਹਦੇ ਵਿੱਚ ਯਿਸੂ ਮਸੀਹ ਨੇ ਹੱਥ ਰੱਖਿਆ, ਮੁਰਦਾ ਜੀਵਿਤ ਹੋਇਆ। ਯਿਸੂ ਮਸੀਹ ਨੇ ਅੱਖਾਂ ਨੂੰ ਮਿੱਟੀ ਲਾਈ। ਕਿੱਥੇ ਲਿਖਿਆ ਜੀ? ਇਹ ਬਾਈਬਲ ਦੇ ਵਿੱਚ ਦਰਜ ਆ ਗੱਲਾਂ। ਬਾਈਬਲ ਐਸੀ ਕੋਈ ਇਹ ਮਨ ਘੜਤ ਜਾਂ ਕਥਾ ਕਹਾਣੀਆਂ ਨਹੀਂ ਸੁਣਾ ਰਿਹਾ ਵੀ ਜਿਹੜੇ ਹੁਣ ਮੈਂ ਸੰਵਿਧਾਨਿਕ ਤੌਰ ਤੇ ਆਉਣਾ ਚਾਹੁੰਦਾ। ਜਦੋਂ ਭਾਰਤ ਦਾ ਸੰਵਿਧਾਨ ਆਜ਼ਾਦੀ ਦਿੰਦਾ ਆ ਵੀ ਤੁਸੀਂ ਆਪਣੀ ਐਕਸਰਸਾਈਜ਼ ਜਿਹੜੀ ਆ, ਆਪਣੇ ਧਰਮ ਦੀ ਐਕਸਰਸਾਈਜ਼ ਕਿਸ ਤਰ੍ਹਾਂ ਮਰਜ਼ੀ ਕਰ ਸਕਦੇ ਆ, ਫਿਰ ਦੂਜੇ ਨੂੰ ਕੀ ਇਤਰਾਜ਼ ਆ? ਇਹ ਤਾਂ ਸੰਵਿਧਾਨ ਨੇ ਅਧਿਕਾਰ ਦਿੱਤਾ ਆ। ਦੂਜੇ ਵਿਅਕਤੀ ਨੂੰ ਸਾਡੇ ਧਰਮ ਦੇ ਵਿੱਚ ਨੁਕਤਾਚੀਨੀ ਕਰਨ ਦੀ ਕੀ ਲੋੜ ਆ? ਨਹੀਂ, ਇਹਦੇ ਵਿੱਚ ਨੁਕਤਾਚੀਨੀ ਵਾਲੀ ਠੀਕ ਹੈ, ਉਹ ਸਾਰੀਆਂ ਗੱਲਾਂ ਪਾਸੇ ਰੱਖ ਦਿਓ। ਇਹ ਮੇਰਾ ਪਰਸਨਲ ਸਵਾਲ ਹੈ ਤੁਹਾਨੂੰ, ਠੀਕ ਹੈ? ਕਿ ਜਿਵੇਂ ਮੈਂ ਸਾਇੰਸ ਤੇ ਯਕੀਨ ਰੱਖਦਾ, ਮੈਂ ਪ੍ਰੈਕਟੀਕਲ ਚੀਜ਼ਾਂ ਤੇ ਯਕੀਨ ਰੱਖਦਾ। ਦੇਖੋ, ਮੈਂ ਉਹੀ ਸਵਾਲ ਫੇਰ ਆਊਗਾ ਕਿ ਸਾਇੰਸ ਅਜੇ ਇੰਨੀ ਵੀ ਨਖੇਧ ਨਹੀਂ ਗਈ ਕਿ ਜੇ ਹੱਥ ਰੱਖਿਆ ਕੋਈ ਬੰਦਾ ਠੀਕ ਹੁੰਦਾ ਹੈ, ਤਾਂ ਫਿਰ ਸਾਇੰਸ ਏਡੇ ਏਡੇ ਵੱਡੇ ਹਸਪੀਟਲ ਖੋਲ੍ਹਣ ਦੀਆਂ ਖੋਜਾਂ ਕਰਨ ਦੀ ਲੋੜ ਨਹੀਂ ਗਈ। ਮੈਨੂੰ ਲੱਗਦਾ ਸਾਰੀ ਦੁਨੀਆ ਤੁਹਾਡੇ ਕੋਲ ਝੁਕ ਜੂਗੀ ਫਿਰ ਆ ਕੇ। ਮੈਂ ਤੁਹਾਨੂੰ ਇਹੀ ਗੱਲ ਦਾ ਜਵਾਬ ਦੇਣਾ, ਤਾਂ ਹਰ ਇੱਕ ਦੁਨੀਆ ਨੂੰ ਹੈਗਾ। ਇਸੇ ਗੱਲ ਦਾ ਜਵਾਬ ਦੇਣਾ ਚਾਹੁੰਦਾ। ਜਿਹੜੀ ਸਾਇੰਸ ਆ, ਮੈਡੀਕਲ ਸਾਇੰਸ ਆ, ਮੈਡੀਕਲ ਸਾਇੰਸ ਉਹਨਾਂ ਲੋਕਾਂ ਦਾ ਇਲਾਜ ਕਰ ਸਕਦੀ ਆ ਜਿਨ੍ਹਾਂ ਨੂੰ ਬਿਮਾਰੀ ਖਾਣ ਪਾਣ ਦੇ ਨਾਲ, ਜਿਨ੍ਹਾਂ ਨੂੰ ਬਿਮਾਰੀ ਵੀ ਜਾਂ ਮਾੜਾ ਭੋਜਨ ਕਰਨ ਦੇ ਨਾਲ, ਜਾਂ ਨਸ਼ੀਲੇ ਪਦਾਰਥ ਜਾਂ ਜਿਨ੍ਹਾਂ ਨੇ ਕੋਈ ਨਸ਼ੀਲਾ ਪਦਾਰਥ ਕੀਤਾ ਆ, ਜਾਂ ਮੰਨ ਲਓ ਕੋਈ ਅੱਛਾ ਖਾਣ ਪਾਣ ਜਿਨ੍ਹਾਂ ਦਾ ਨਹੀਂ, ਜਾਂ ਜਿਨ੍ਹਾਂ ਨੇ ਗਲਤ ਭੋਜਨ ਦਾ ਸੇਵਨ ਕੀਤਾ ਆ, ਉਹ ਵਿਅਕਤੀ ਦਾ ਇਲਾਜ ਮੈਡੀਕਲ ਸਾਇੰਸ ਕਰ ਸਕਦੀ ਆ। ਕੋਈ ਬਿਮਾਰੀ ਜਿਵੇਂ ਅੰਦਰ ਉਤਪੰਨ ਹੋ ਗਈ, ਉਹ ਠੀਕ ਹੈ ਜਿਹੜੀ ਹਾਂਜੀ ਹਾਂਜੀ, ਤੇ ਜਿਹੜੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੈ ਬਿਮਾਰੀ, ਜਿਹੜੇ ਗ੍ਰੰਥਾਂ ਦੇ ਵਿੱਚ ਦਰਜ ਆ, ਬਾਪ ਦਾਦਿਆਂ ਤੋਂ ਚੱਲਦੀਆਂ ਆ ਰਹੀਆਂ ਬਿਮਾਰੀਆਂ ਆ। ਕੋਈ ਇੱਕ ਬਿਮਾਰੀ ਐਗਜ਼ਾਮਪਲ ਦਿਓ ਮੈਨੂੰ, ਕਿਉਂਕਿ ਸਮਝਣ ਨੂੰ ਸੌਖਾ ਹੋ ਜਾਊਗਾ। ਯਿਸੂ ਮਸੀਹ ਨੇ ਬਾਈਬਲ ਦੇ ਵਿੱਚ ਮੈਂ ਹਵਾਲੇ ਦੇਣਾ ਚਾਹੁੰਦਾ, ਉਹਦੇ ਚੇਲਿਆਂ ਨੇ ਕਿਹਾ ਵੀ ਗੁਰੂ ਜੀ ਕੀ ਇਸ ਵਿਅਕਤੀ ਨੇ ਪਾਪ ਕੀਤਾ ਜਿਹੜਾ ਇਸ ਬਿਮਾਰੀ ਦੇ ਨਾਲ ਪੀੜਿਤ ਆ, ਜਾਂ ਇਹਦੇ ਬਾਪ ਦਾਦਿਆਂ ਨੇ ਕੀਤਾ? ਯਿਸੂ ਮਸੀਹ ਕਹਿੰਦਾ ਨਾ ਇਹਨੇ ਸਿਰਫ ਪ੍ਰਭੂ ਨੇ ਆਪਣਾ ਕੰਮ ਨੂੰ ਦਿਖਾਉਣਾ ਆ, ਇਹ ਤਾਂ ਆ ਵੀ ਇਹਨੂੰ ਮੈਂ ਚੰਗਾ ਕਰਨ ਲੱਗਾ। ਇੱਕ ਤਾਂ ਉਹ ਵਿਅਕਤੀ ਆ, ਇੱਕ ਵਿਅਕਤੀ ਉਹ ਆ ਜਿਹਨੇ ਖੁਦ ਪਾਪ ਕੀਤੇ ਆ। ਜੇ ਪਾਪ ਕੀਤੇ ਆਪਣੇ ਜੀਵਨ ਦੇ ਵਿੱਚ, ਉਹਦੇ ਜੀਵਨ ਦੇ ਵਿੱਚ ਬਿਮਾਰੀ ਆਉਂਦੀ ਆ, ਉਸ ਬਿਮਾਰੀ ਤੋਂ ਛੁਟਕਾਰਾ ਜਿਹੜਾ ਆ, ਜਾਂ ਉਸ ਬਿਮਾਰੀ ਦੇ ਨਾਲ ਜਿਹੜਾ ਗ੍ਰਸਤ ਆ, ਉਹਨੂੰ ਛੁਟਕਾਰਾ ਜਦੋਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਤਾਂ ਪ੍ਰਭੂ ਉਹਨੂੰ ਛੁਟਕਾਰਾ ਦਿੰਦਾ ਆ। ਇੱਕ ਵਿਅਕਤੀ ਉਹ ਆ ਜਿਹਦੇ ਬਾਪ ਦਾਦਿਆਂ ਤੋਂ ਚੱਲਦੀ ਆ ਰਹੀ ਬਿਮਾਰੀ ਆ, ਉਹਨੂੰ ਜਿਹਨੂੰ ਕਹਿੰਦੇ ਸ਼ਰਾਪ ਕਹਿੰਦੇ ਆ, ਪੀੜ੍ਹੀ ਦਰ ਪੀੜ੍ਹੀ ਸ਼ਰਾਪ, ਉਹਨਾਂ ਦੇ ਲਈ ਅਸੀਂ ਅਰਦਾਸ ਬੇਨਤੀ ਕਰਾਂਗੇ ਤੇ ਉਹ ਚੰਗੇ ਹੋਣਗੇ।
ਤੇ ਜਿਹੜੇ ਲੋਕ ਆਪ ਪਾਪ ਦੇ ਵਿੱਚ ਆ, ਜਿਹੜੇ ਉਹਨਾਂ ਦੇ ਜੀਵਨ 'ਚ ਬਿਮਾਰੀ, ਉਹਦੇ ਲਈ ਅਸੀਂ ਅਰਦਾਸ ਬੇਨਤੀ ਕਰ, ਜਿਹੜੀ ਮੈਡੀਕਲ ਸਾਇੰਸ ਆ ਉਹ ਸਿਰਫ ਉਹਨਾਂ ਦਾ ਇਲਾਜ ਕਰ ਸਕਦੀ ਆ, ਜਿਹੜੇ ਖਾਣ ਪਾਣ ਦੇ ਨਾਲ ਜੈਨੇਟਿਕ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਤੇ ਉਹੀ ਪੁੱਛ ਰਿਹਾ ਵੀ ਪੀੜ੍ਹੀ ਦਰ ਪੀੜ੍ਹੀ ਬਿਮਾਰੀ ਹੈ ਕਿਹੜੀ? ਉਹ ਬਿਮਾਰੀ ਆ, ਇਹ ਬਾਈਬਲ ਦੇ ਵਿੱਚ ਲਿਖਿਆ ਆ ਵੀ ਜਿਹੜੇ ਲੋਕ ਜਿਹੜੇ ਬਾਪ ਦਾਦਿਆਂ ਤੋਂ ਚੱਲਦੇ ਆ ਰਹੇ ਸ਼ਰਾਪ ਆ, ਉਹਨਾਂ ਦਾ ਸ਼ਰਾਬ ਮਤਲਬ ਜਿਹੜੇ ਸ਼ਰਾਬ ਮਤਲਬ ਜਿੱਦਾਂ ਇਹ ਕਹਿ ਸਕਦੇ ਆ ਵੀ ਇਹਨਾਂ ਨੇ ਕੋਈ ਗੁਨਾਹ ਪਾਪ ਕੀਤੇ ਆ, ਮਤਲਬ ਦਾਦੇ ਨੇ ਜੇ ਕੋਈ ਗੁਨਾਹ ਕੀਤਾ ਹੋਊਗਾ ਤਾਂ ਉਹ ਗਾਂ ਪੀੜ੍ਹੀ ਦਰ ਪੀੜ੍ਹੀ ਚੱਲਦਾ ਨਾ, ਉਹ ਮਤਲਬ ਜਨਰੇਸ਼ਨ ਬਾਈ ਜਨਰੇਸ਼ਨ ਚੱਲਦਾ ਆ ਰਿਹਾ ਆ ਵੀ ਹੁਣ ਇਸ ਜਨਰੇਸ਼ਨ ਤੋਂ ਉਸ ਜਨਰੇਸ਼ਨ ਦੇ ਵਿੱਚ ਕਹਿੰਦੇ ਬਾਪ ਦਾਦਿਆਂ ਤੋਂ ਚੱਲਦਾ ਆ ਰਿਹਾ ਪਾਪ ਆ। ਮੈਂ ਉਹੀ ਪੁੱਛਣਾ, ਮੇਰਾ ਦਿਮਾਗ ਥੋੜਾ ਜਿਹਾ ਘੱਟ ਹੈ ਇਸ ਚੀਜ਼ਾਂ 'ਚ, ਸੌਰੀ ਮੈਂ ਤੁਹਾਨੂੰ ਸਵਾਲ ਕਰ ਰਿਹਾ, ਮੈਂ ਉਹੀ ਪੁੱਛ ਰਿਹਾ ਵੀ ਬਿਮਾਰੀ ਕਿਹੜੀ, ਮਤਲਬ ਉਹਨੂੰ ਕੋਈ ਬਾਂਹ ਦਾ ਰੋਗ ਹੈ, ਉਹਨੂੰ ਕੋਈ ਦਿਲ ਦਾ ਰੋਗ ਹੈ, ਉਹਨੂੰ ਕੋਈ ਗੋਡਿਆਂ ਦਾ ਰੋਗ ਹੈ, ਇਹ ਵਾਲੀ ਬਿਮਾਰੀ ਪੀੜ੍ਹੀ ਦਰ ਪੀੜ੍ਹੀ ਚੱਲਦੀ? ਹਾਂ, ਇਹੋ ਜਿਹੀਆਂ ਬਿਮਾਰੀਆਂ ਵੀ ਆ ਜਿਹੜੇ ਕਈ ਇਹ ਬਿਮਾਰੀਆਂ ਦੇ ਤਾਂ ਇਲਾਜ ਫਿਰ ਹਸਪੀਟਲਾਂ 'ਚ ਬਹੁਤ ਨੇ। ਮੈਂ ਕਹਾਂ ਜੀ ਭਾਜੀ ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਆ ਉਹ ਹੁਣ ਉਸ ਵਿਅਕਤੀ ਤੇ ਆ ਵੀ ਇਹ ਜਿਹੜੀ ਬਿਮਾਰੀ ਆ ਗਲਤ ਭੋਜਨ ਦੇ ਨਾਲ ਹੋਈ ਆ ਜਾਂ ਗਲਤ ਕਿਸੇ ਚੀਜ਼ ਦੇ ਨਾਲ ਹੋਇਆ, ਜਾਂ ਕੋਈ ਵਿਅਕਤੀ ਹੁਣ ਕੋਈ ਖਾਣ ਪਾਣ ਇਦਾਂ ਦਾ ਕਰ ਲਿਆ, ਜਾਂ ਉਹਨੇ ਆਪਣਾ ਟ੍ਰੀਟਮੈਂਟ ਸਹੀ ਨਹੀਂ ਕਰਾਇਆ। ਹੁਣ ਕਈ ਬੱਚੇ ਆ ਸਤਮਾਹੀ ਵੀ ਜੰਮਦੇ ਆ, ਜਾਂ ਉਹਨਾਂ ਦੇ ਅੱਛਾ ਭੋਜਨ ਜਾਂ ਅੱਛੀ ਖੁਰਾਕ ਨਾ ਮਿਲਣ ਕਰਕੇ ਵੀ ਇਹੋ ਜਿਹਾ ਪੈਦਾ ਹੁੰਦੇ ਆ। ਕਈ ਲੋਕ ਬਾਪ ਦਾਦਿਆਂ ਤੋਂ ਚੱਲਦੇ ਇਹੋ ਜਿਹਾ ਪੈਦਾ ਹੋ ਰਹੇ ਆ, ਕਈ ਲੋਕਾਂ ਨੂੰ ਜੀਵਨ ਦੇ ਵਿੱਚ ਆ ਕੇ ਚੱਲਦਾ। ਹੁਣ ਸਾਇੰਸ ਮੈਡੀਕਲ ਸਾਇੰਸ ਕਿਉਂ ਕਹਿ ਦਿੰਦੀ ਆ ਵੀ ਜਦੋਂ ਡਾਕਟਰ ਜਿਹੜੇ ਆ ਜਿਨ੍ਹਾਂ ਨੇ PhDਆਂ ਕੀਤੀਆਂ ਆ ਉਹ ਐਂਡ ਤੇ ਕਹਿ ਦਿੰਦੇ ਆ ਵੀ ਹੁਣ ਪ੍ਰਮਾਤਮਾ ਦੇ ਹੱਥ ਆ, ਹੁਣ ਅਰਦਾਸ ਵੀ ਨਹੀਂ। ਕਿਉਂ ਮੈਡੀਕਲ ਸਾਇੰਸ ਕਹਿ ਰਹੀ ਆ? ਮੈਡੀਕਲ ਸਾਇੰਸ ਐਂਡ ਤੇ ਇਹ ਕਹਿ ਦਿੰਦੀ ਆ, ਜਿਹੜੀਆਂ ਅਦਾਲਤਾਂ ਬਣੀਆਂ ਜਦੋਂ ਉਹ ਕਹਿੰਦੇ ਆ ਵੀ ਤੁਸੀਂ ਵੀ ਹੁਣ ਪ੍ਰਮਾਤਮਾ ਦੇ ਇਹ ਤੇ ਹੱਥ ਰੱਖੋ, ਜਿਹੜੇ ਦੀਨ ਧਰਮ ਨੂੰ ਮੰਨਦੇ ਆ, ਮਤਲਬ ਸੱਚਾਈ ਨੂੰ ਤਾਂ ਸਾਬਤ ਕਰਨ ਦੇ ਲਈ ਐਂਡ ਤੇ ਉਸ ਪ੍ਰਮਾਤਮਾ ਦੀ ਹੀ ਦਲੀਲ ਦੇ ਕੇ ਕੀਤਾ ਜਾਂਦਾ ਆ। ਇਹਦੇ ਵਿੱਚ ਵੀ ਪ੍ਰੈਕਟੀਕਲ ਸੋਚੀਏ, ਜਿਹੜੇ ਡਾਕਟਰ ਜਵਾਬ ਦਿੰਦੇ ਨੇ ਉਹ ਬਿਮਾਰੀ ਹੱਥੋਂ ਬਾਹਰ ਹੋ ਜਾਂਦੀ ਹੈ, ਉਹ ਇਲਾਜ ਨਹੀਂ ਉਹਦਾ ਹੁੰਦਾ। ਤੁਸੀਂ ਕੀ ਇਹ ਪ੍ਰੈਕਟੀਕਲ ਕਦੀ ਕੀਤਾ ਵੀ ਜਿਹੜਾ ਡਾਕਟਰ ਨੇ ਜਵਾਬ ਦਿੱਤਾ ਹੋਵੇ ਤੇ ਉਹ ਤੁਹਾਡੇ ਦਰ ਤੇ ਆਇਆ ਤੇ ਉਹ ਠੀਕ ਹੋਇਆ ਹੋਵੇ? ਮੈਨੂੰ ਰਿਪੋਰਟਾਂ ਸਣੇ ਗੱਲ ਕਰਨੀ ਮੇਰੇ ਨਾਲ। ਹਾਂਜੀ, ਇਹੋ ਜਿਹੀਆਂ ਤੁਸੀਂ ਰਿਪੋਰਟਾਂ ਤੁਸੀਂ ਖੰਬਰਾ ਚਰਚ ਚਲ ਜਾਓ, ਮੈਂ ਰਿਪੋਰਟ ਲਾਉਂਗਾ ਤੁਹਾਡੇ ਕੋਲ, ਜਿਹੜਾ ਤੁਸੀਂ ਐਗਜ਼ਾਮਪਲ ਦੋਗੇ, ਰਿਪੋਰਟ ਦੋਗੇ, ਜੇ ਗਲਤ ਹੋਏ ਤਾਂ ਤੁਸੀਂ ਗਲਤ ਹੋਵੋਗੇ। ਇੱਥੇ ਜਲੰਧਰ ਦੇ ਵਿੱਚ ਹੀ ਖੰਬਰਾ ਚਰਚ ਆ, ਬਲਜਿੰਦਰ ਸਿੰਘ ਮਿਨਿਸਟਰੀ ਆ, ਜਿਹਦੇ ਵਿੱਚ ਬਕਾਇਦਾ ਲੋਕਾਂ ਦੀਆਂ ਰਿਪੋਰਟਾਂ ਆ ਵੀ ਜਿਹੜੇ ਕੈਂਸਰ ਤੋਂ ਪੀੜਿਤ ਸੀ ਉਹਨਾਂ ਨੇ ਚੰਗਿਆਈ ਪਾਈ, ਜਿਹੜੇ ਲੋਕ ਜਮਾਂਦਰੂ ਜਿਨ੍ਹਾਂ ਦੇ ਜੀਵਨ ਦੇ ਵਿੱਚ ਕੋਈ ਲਕਵਾ ਸੀ ਜਾਂ ਕੁਛ ਇਹ ਉਹਨਾਂ ਨੂੰ ਦੀਦਾ ਨਹੀਂ ਸੀ, ਜਾਂ ਅੱਖਾਂ ਤੋਂ ਬਲਾਈਂਡ ਸੀ, ਜਾਂ ਉਹਨਾਂ ਦੀ ਸੁਣਨ ਸ਼ਕਤੀ ਘੱਟ ਸੀ, ਜਾਂ ਬੋਲਣ ਦੀ ਸਮਰੱਥਾ ਨਹੀਂ ਸੀ, ਪਰਮੇਸ਼ਰ ਉਹਨਾਂ ਦੇ ਜੀਵਨ ਵਿਦ ਰਿਪੋਰਟਾਂ ਆ, ਔਰ ਉਹ ਰਿਪੋਰਟਾਂ ਟੈਸਟ ਮਨੀਆਂ ਆ ਜੋ ਆਨਲਾਈਨ ਪਈਆਂ ਆ, ਉਹਨਾਂ ਦੀ ਰਿਸਰਚ ਕਰੋ। ਅਸੀਂ ਕਿਹੜਾ ਇਹ ਗੱਲ ਨੂੰ ਕਰਦੇ ਆ, ਵਿਦ ਐਵੀਡੈਂਸ ਆ। ਇੱਕ ਗੱਲ ਇਹ ਵੀ ਹੈ, ਠੀਕ ਹੈ, ਤੁਸੀਂ ਇਹ ਜੇ ਦਲੀਲ ਦੇ ਰਹੇ ਹੋ ਮੈਂ ਤੁਹਾਡੇ ਮੁਤਾਬਿਕ ਮੰਨ ਲੈਣਾ। ਜਿਵੇਂ ਮੰਨ ਲਓ ਵੀ ਗੁਰੂ ਘਰ ਜੇ ਅਸੀਂ ਵੀ ਜਾਂਦੇ ਹਾਂ, ਤੁਹਾਡੇ ਦਰ ਤੇ ਉੱਪਰ ਕੋਈ ਆਉਂਦਾ, ਇਹਦੇ ਵਿੱਚ ਸਿਰਫ ਆਪਣਾ ਉਹ ਰੋਗ ਠੀਕ ਕਰਾਉਣ ਲਈ ਆਉਂਦਾ ਕਿ ਜਾਂ ਪਰਮਾਤਮਾ ਨੂੰ ਮਿਲਣ ਲਈ ਆਉਂਦਾ, ਕਿ ਜਾਂ ਉਹ ਧਾਰਮਿਕ ਪੱਖੋਂ ਠੀਕ ਹੋਣ ਲਈ ਆਉਂਦਾ, ਕਿ ਜਾਂ ਉਹ ਸਮਾਜਿਕ ਪੱਖੋਂ? ਮਤਲਬ ਇਹ ਵੀ ਕਲੀਅਰ ਕਰ ਦਿਓ ਜੀ। ਨਹੀਂ ਦੇਖੋ, ਅਸੀਂ ਇਹ ਨਹੀਂ ਵੀ ਅਸੀਂ ਕੋਈ ਇਦਾਂ ਦਾ ਕੈਂਪ ਖੋਲ੍ਹਿਆ ਹੋਇਆ ਵੀ ਜਿੱਥੇ ਬਿਮਾਰੀਆਂ ਚੰਗੀਆਂ ਕੀਤੀਆਂ। ਉਦਾਹਰਨ ਥਾਪਰ ਸਾਹਿਬ ਉਹੀ ਦੇ ਰਹੇ ਨਾ ਕਿ ਜਿਵੇਂ ਸਾਡੇ ਕੋਲ ਰੋਗ ਠੀਕ ਹੁੰਦੇ ਨੇ, ਤੁਸੀਂ ਹਸਪੀਟਲ ਖੋਲ੍ਹਿਆ ਹੋਇਆ ਹੈ। ਅਸੀਂ ਕੋਈ ਕੈਂਪ ਨਹੀਂ ਖੋਲ੍ਹਿਆ ਵੀ ਇੱਥੇ ਭਾਈ ਜਿਹੜੇ ਅੰਨੇ ਲੰਗੜੇ ਲੂਲੇ ਹੀ ਇਕੱਠੇ ਹੋਣ ਵੀ ਅਸੀਂ ਉਹਨਾਂ ਨੂੰ ਚੰਗੇ ਕਰਨ ਲਈ ਆ। ਅਸੀਂ ਕੋਈ ਇਦਾਂ ਦਾ ਕੈਂਪ ਨਹੀਂ ਖੋਲ੍ਹਿਆ। ਅਸੀਂ ਤਾਂ ਇਨਸਾਨ ਦਾ ਮਿਲਾਪ ਪ੍ਰਮਾਤਮਾ ਨਾਲ ਜੁੜਨ ਲਈ ਕਰਦੇ ਹਾਂ, ਜਿਹੜੇ ਸਾਡੇ ਪਾਸਟਰ ਸਾਹਿਬਾਨ ਨੇ। ਤੇ ਜਿਹੜੀ ਹੀਲਿੰਗ ਪਾਵਰ ਹੈ ਇਹ ਇੱਕ ਅਲੱਗ ਮੈਟਰ ਆ, ਲੇਕਿਨ ਸਭ ਤੋਂ ਜ਼ਿਆਦਾ ਬਾਈਬਲ ਦੇ ਵਿੱਚ ਤਵੱਜੋ ਇਸ ਚੀਜ਼ ਦੀ ਦਿੱਤੀ ਜਾਂਦੀ ਆ, ਆਪਣੇ ਗੁਨਾਹਾਂ ਤੋਂ ਤੌਬਾ ਕਰੋ, ਆਪਣੇ ਗੁਨਾਹਾਂ ਤੋਂ, ਆਪਣੇ ਮਾੜੇ ਕੰਮਾਂ ਤੋਂ, ਆਪਣੀਆਂ ਬੁਰਾਈਆਂ ਤੋਂ ਕੀ ਕਰੋ? ਤੌਬਾ ਕਰੋ। ਔਰ ਇੱਕ ਦੋ ਵਾਰੀ ਸ਼ਾਇਦ ਤੁਹਾਡਾ ਬੋਰਡ ਪੜਿਆ ਵੀ ਪਾਪਾਂ ਤੋਂ ਛੁਟਕਾਰਾ ਪਾਉਣ ਲਈ ਇਸ ਦਿਨ ਇਸ ਵਾਰ ਨੂੰ ਉੱਥੇ ਪਹੁੰਚੋ, ਮਤਲਬ ਉਹ ਪਾਪ ਤੁਸੀਂ ਫਿਰ ਉੱਥੇ ਧੋ ਦਿੰਦੇ ਹੋ? ਨਹੀਂ, ਪਾਪ ਉਹ ਪਾਪ ਨਹੀਂ ਜਿਹੜਾ ਇੱਕ ਵਿਅਕਤੀ ਜਦੋਂ ਕੋਈ ਪਾਪ ਕਰਦਾ ਉਹਨੂੰ ਪਤਾ ਮੈਂ ਕੀ ਗੁਨਾਹ ਕੀਤੇ ਆ, ਕੀ ਮੈਂ ਪਾਪ ਕੀਤੇ ਆ, ਜਾਂ ਮੈਂ ਨਸ਼ਾ ਕਰਦਾ ਆ, ਜਾਂ ਮੈਂ ਚੋਰੀਆਂ ਕਰਦਾ ਆ, ਜਾਂ ਮੈਂ ਕਿਸੇ ਨਾਲ ਠੱਗੀ ਠੋਰੀ ਕੀਤੀ ਆ, ਜਾਂ ਮੈਂ ਕਿਸੇ ਨਾਲ ਧੋਖਾਧੜੀ ਕੀਤੀ ਆ। ਇਹ ਉਹਨੂੰ ਪਤਾ ਵੀ ਮੈਂ ਗੁਨਾਹ ਕੀਤਾ। ਉਹਦਾ ਪਰਸਨਲੀ ਉਹਦੀ ਜਿਹੜੀ ਕੌਨਸ਼ੀਅੰਸ ਆ ਉਹਨੂੰ ਇਹ ਕਹਿੰਦੀ ਆ ਵੀ ਤੂੰ ਕੋਈ ਮਾੜੇ ਕੰਮ ਕੀਤੇ ਆ, ਔਰ ਉਹਨੂੰ ਸਮਾਜ ਵੀ ਬੁਰਾ ਮੰਨਦਾ ਆ, ਧਾਰਮਿਕ ਗ੍ਰੰਥ ਜਿਹੜੇ ਆ ਉਹਨੂੰ ਪਾਪ ਮੰਨਦੇ ਆ, ਤੇ ਦੇਸ਼ ਦਾ ਸੰਵਿਧਾਨ ਉਹਨੂੰ ਕ੍ਰਾਈਮ ਮੰਨਦਾ ਵੀ ਇਹਨੇ ਕ੍ਰਾਈਮ ਕੀਤਾ ਆ। ਦੇਸ਼ ਦਾ ਸੰਵਿਧਾਨ ਉਹਨੂੰ ਕ੍ਰਾਈਮ ਦਾ ਨਾਂ ਦਿੰਦਾ ਆ, ਤੇ ਸਾਡੇ ਜਿਹੜੇ ਧਾਰਮਿਕ ਗ੍ਰੰਥ ਆ ਉਹਨੂੰ ਪਾਪ ਦਾ ਨਾਂ ਦਿੰਦੇ ਆ, ਤੇ ਸਮਾਜ ਉਹਨੂੰ ਇੱਕ ਮਾੜਾ ਵਿਅਕਤੀ ਕਹਿੰਦੇ ਆ ਵੀ ਇਹਨੇ ਮਾੜਾ ਕੰਮ ਕੀਤਾ। ਇਹ ਸਮਾਜ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਲੇਕਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ, ਤੁਹਾਡਾ ਸਵਾਲ ਇਹ ਸੀਗਾ ਵੀ ਮਤਲਬ ਪਾਪਾਂ ਤੋਂ ਛੁਟਕਾਰਾ।
ਪਾਪਾਂ ਤੋਂ ਛੁਟਕਾਰਾ ਪਾਉਣ ਦਾ ਮਤਲਬ ਇਹ ਆ ਜਿਹੜਾ ਵਿਅਕਤੀ ਪਰਮਾਤਮਾ ਨਾਲ ਜੁੜਨਾ ਚਾਹੁੰਦਾ, ਉਸ ਕਾਲ ਪੁਰਖ ਨੂੰ ਜਾਣਨਾ ਚਾਹੁੰਦਾ, ਉਸ ਪਰਮਾਤਮਾ ਨਾਲ ਮਿਲਾਪ ਕਰਨਾ ਚਾਹੁੰਦਾ ਜਾਂ ਸੱਚਾਈ ਨੂੰ ਜਾਣਨਾ ਚਾਹੁੰਦਾ, ਮੇਰੇ ਕਿਉਂ ਰਚਨਾ ਹੋਈ, ਕਿਉਂ ਮਨੁੱਖ ਦੀ ਰਚਨਾ ਹੋਈ, ਵੀ ਮੈਨੂੰ ਕਿਉਂ ਪਰਮਾਤਮਾ ਨੇ, ਕਿਉਂ ਕਾਲ ਪੁਰਖ ਨੇ ਬਣਾਇਆ। ਇਹਦੇ ਪਿੱਛੇ ਜਿਹਦਾ ਅੱਜ ਇੰਟਰਵਿਊ ਕੀਤੀ ਜਾਵੇ ਇਹਦੇ ਭਾਵੇਂ ਸ਼ਾਮਾਂ ਤੱਕ ਬੈਠ ਰਹੀਏ। ਦੇਖੋ ਮੈਂ ਥਿਓਲੋਜੀਕਲ ਬਾਈਬਲ ਕਾਲਜ ਦੇ ਵਿੱਚ ਪੜ੍ਹਿਆ, ਉਹਦੇ ਲਈ ਮੈਂ 7 ਸਾਲ ਪੜ੍ਹਿਆ। 7 ਸਾਲ ਮੇਰੇ ਵੀ ਇਹ ਸਵਾਲ ਸੀ ਵੀ ਇੱਦਾਂ ਕਿੱਦਾਂ ਹੋ ਜੂ, ਆਹ ਕਿੱਦਾਂ ਹੋ ਜੂ, ਮੇਰੇ ਵੀ ਇਹ ਸਵਾਲ ਸੀ। ਲੇਕਿਨ ਅਸੀਂ ਪੜ੍ਹਿਆ, ਆਪਣੇ ਸਵਾਲਾਂ ਦਾ ਉੱਤਰ ਪਾਉਣ ਦੇ ਲਈ ਅਸੀਂ ਬਾਈਬਲ ਦੀ ਬਰੀਕੀ ਦੇ ਨਾਲ ਸਟੱਡੀ ਕੀਤੀ। ਥੋੜਾ ਸਵਾਲ ਤੋਂ ਤੁਸੀਂ ਪਾਸੇ ਚਲੇ ਗਏ ਵੀ ਪਾਪਾਂ ਤੋਂ ਛੁਟਕਾਰਾ ਤੁਹਾਡੇ ਦਰ ਤੇ ਆ ਕੇ ਪੈ ਜਾਂਦਾ। ਨਹੀਂ, ਪਾਪਾਂ ਦਾ ਛੁਟਕਾਰਾ ਪਾਉਣ ਲਈ ਤਾਂ ਵਿਅਕਤੀ ਨੂੰ ਇਹ ਕਿਸੇ ਦਰ ਤੇ ਜਾਣ ਦੀ ਲੋੜ ਨਹੀਂ, ਆਪਣੇ ਮੂੰਹੋਂ ਇਕਰਾਰ ਕਰ ਲਵੇ। ਬਾਈਬਲ 'ਚ ਲਿਖਿਆ ਆਪਣੇ ਮੂੰਹੋਂ ਇਕਰਾਰ ਕਰ ਲਾ ਵੀ ਮੈਂ ਗੁਨਾਹ ਕੀਤੇ ਆ, ਵੀ ਅੱਗੇ ਤੋਂ ਪਾਪ ਇਹ ਨਾ ਕਰੀ ਤੇ ਪ੍ਰਭੂ ਨੇ ਤੈਨੂੰ ਛੁਟਕਾਰਾ ਦੇ ਦੇਗਾ। ਬਸ ਇਹਨਾਂ ਦਾ ਇੰਨੀ ਕਹਾਣੀ ਆ। ਮਤਲਬ ਮੈਂ ਜ਼ਿੰਦਗੀ ਦੇ ਵਿੱਚ ਜਿੰਨੇ ਪਾਪ ਕੀਤੇ ਆ, ਮੈਂ ਆਪ ਮੰਨ ਲਾ ਵੀ ਮੈਂ ਇਹ ਕੀਤਾ, ਮੈਨੂੰ ਪਤਾ ਲੱਗ ਗਿਆ ਕਿ ਮੈਂ ਇਦਾਂ ਆਹ ਕੰਮ ਕੀਤਾ ਪੁੱਠਾ, ਤੇ ਇਹ ਫਿਰ ਮੈਨੂੰ ਮੰਨਣ ਦੇ ਨਾਲ ਉਹ ਠੀਕ ਹੋ ਜਾਣਾ ਕਿ ਜਾਂ ਤੁਸੀਂ ਅਰਦਾਸ ਕਰਨੀ ਤਾਂ ਠੀਕ ਹੋਣਾ? ਨਹੀਂ, ਇੱਕ ਪਰਸਨਲੀ ਵਿਅਕਤੀਗਤ ਤੌਰ ਤੇ ਪਰਮੇਸ਼ਵਰ ਨੇ ਕਿਸੇ ਲੋਕਾਂ ਨੂੰ ਅਪਾਇੰਟ ਕੀਤਾ ਆ। ਬਾਈਬਲ 'ਚ ਲਿਖਿਆ ਆ, ਯਿਸੂ ਨੇ ਕਿਹਾ ਜਾਓ ਉਹਨਾਂ ਦੇ ਪਾਪਾਂ ਤੇ ਗੁਨਾਹਾਂ ਨੂੰ ਵੀ ਕੀ ਤੁਹਾਨੂੰ ਅਧਿਕਾਰ ਦਿੱਤਾ ਆ ਵੀ ਤੁਸੀਂ ਉਹਨਾਂ ਦੇ ਲਈ ਅਰਦਾਸ ਬੇਨਤੀ ਕਰੋਗੇ। ਜਿਹੜਾ ਪ੍ਰਮਾਤਮਾ ਨਾਲ ਕਾਲ ਪੁਰਖ ਨਾਲ ਵਿਅਕਤੀ ਜੁੜਿਆ ਆ, ਉਸ ਮਹਾਰਾਜ ਨਾਲ ਜੁੜਿਆ ਆ ਜਿਹਨੇ ਪੂਰੇ ਬ੍ਰਹਿਮੰਡ ਨੂੰ ਬਣਾਇਆ, ਜੇ ਕੋਈ ਵਿਅਕਤੀ ਉਹਦੇ ਨਾਲ ਜੁੜਿਆ ਆ, ਇਹ ਪ੍ਰਭੂ ਨੇ ਸਾਨੂੰ ਇੱਕ ਅਪਾਇੰਟ ਕੀਤਾ ਆ। ਬਾਈਬਲ ਦੇ ਵਿੱਚ ਲਿਖਿਆ ਆ, ਅਸੀਂ ਮੈਂ ਕੋਈ ਇਹ ਨਹੀਂ ਵੀ ਅਪਾਇੰਟ ਕੀਤਾ ਆ ਵੀ ਤੁਹਾਨੂੰ ਇਖਤਿਆਰ ਆ ਵੀ ਤੁਸੀਂ ਰੋਗੀਆਂ ਨੂੰ ਚੰਗਾ ਕਰੋ, ਬਿਮਾਰਾਂ ਨੂੰ ਚੰਗਾ ਕਰੋ, ਭੂਤਾਂ ਨੂੰ ਕੱਢੋ। ਹੁਣ ਉਹਨੂੰ ਸਾਇੰਸ ਨਹੀਂ ਮੰਨਦੀ ਜਾਂ ਕਿਉਂ ਨਹੀਂ ਮੰਨਦੀ, ਇਹ ਸਾਡਾ ਕੋਈ ਵਿਸ਼ਾ ਨਹੀਂ। ਤੁਹਾਡੇ ਕਹਿੰਦਾ ਮਤਲਬ ਜਿਹੜੇ ਪਾਸਟਰ ਹੈਗੇ ਨੇ ਚਰਚਾਂ ਦੇ ਵਿੱਚ, ਉਹਨਾਂ ਨੂੰ ਪਰਮਾਤਮਾ ਨੇ, ਮਤਲਬ ਤੁਸੀਂ ਕਿਹੜਾ ਸ਼ਬਦ ਵਰਤਿਆ ਕਿ ਗੁਰੂ ਕਿਹਨਾਂ ਨੇ ਉਹਨਾਂ ਨੂੰ ਅਪਾਇੰਟ ਕੀਤਾ? ਉਹਨਾਂ ਨੂੰ ਅਪਾਇੰਟ ਕੀਤਾ ਆ। ਦੇਖੋ ਜਦੋਂ ਤੱਕ ਵਿਅਕਤੀ ਪਵਿੱਤਰ ਆਤਮਾ ਨਹੀਂ ਪਾਉਂਦਾ, ਹੌਲੀ ਸਪਿਰਿਟ ਜਿਹੜੀ ਆ ਪਵਿੱਤਰ ਆਤਮਾ ਆ, ਜਦੋਂ ਵਿਅਕਤੀ ਪਾ ਲੈਂਦਾ ਆ, ਜਦੋਂ ਉਹਨੂੰ ਪਤਾ ਲੱਗ ਜਾਂਦਾ, ਵਿਅਕਤੀਗਤ ਤੌਰ ਤੇ ਪਤਾ ਲੱਗ ਜਾਂਦਾ ਆ ਵੀ ਮੈਨੂੰ ਪਰਮਾਤਮਾ ਨੇ ਇਹ ਦਿਵਯ ਸ਼ਕਤੀ ਦਿੱਤੀ ਆ, ਇਹ ਮੈਨੂੰ ਇਹ ਸ਼ਕਤੀ ਦਿੱਤੀ ਆ, ਮੈਨੂੰ ਸਾਮਰਥ ਦਿੱਤੀ ਆ, ਉਹ ਵਿਅਕਤੀ ਉਹ ਜਾਣ ਜਾਂਦਾ ਵੀ ਮੈਂ ਇੱਕ ਪ੍ਰੋਫਿਟ ਆ, ਜਾਂ ਮੈਂ ਇੱਕ ਅਪੋਸਟਲ ਆ, ਜਾਂ ਮੈਂ ਇੱਕ ਇਵੈਂਜਲਿਜ਼ਮ ਆ। ਇਹ ਸਾਡੇ ਵਿੱਚ 5 ਪ੍ਰਕਾਰ ਦੀ ਸੇਵਕਾਈ ਆ। ਹਰ ਵਿਅਕਤੀ ਆਪਣੀ ਆਪਣੀ ਸੇਵਕਾਈ ਨੂੰ ਕਰ ਰਿਹਾ ਆ। ਤੁਸੀਂ ਇੱਥੋਂ ਤੱਕ ਪਹੁੰਚੇ, ਤੁਸੀਂ ਖੁਦ ਆਪ ਤੁਸੀਂ ਕੀਤਾ ਅਭਿਆਸ ਇਸ ਚੀਜ਼ ਦਾ? ਦੇਖੋ ਜੀ, ਮੈਂ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਵੀ ਮੈਂ ਇੱਕ ਭਵਿੱਖਵਕਤਾ ਆ ਜਾਂ ਇੱਕ ਪ੍ਰੇਰਿਤ ਆ, ਜਾਂ ਮੇਰੀ ਡੈਜ਼ਿਗਨੇਸ਼ਨ ਦੇ ਮੇਰੇ ਅੱਗੇ ਪਾਸਟਰ ਲੱਗਦਾ ਆ। ਮੇਰੀ ਡੈਜ਼ਿਗਨੇਸ਼ਨ ਇੱਕ ਪਾਸਟਰ ਦੀ ਵੀ ਆ। ਲੇਕਿਨ 5 ਸਾਲ ਤੋਂ ਬਾਅਦ ਮੈਂ ਸਮਾਜਿਕ ਕੰਮਾਂ ਦੇ ਵਿੱਚ ਜ਼ਿਆਦਾ ਰੁੱਝ ਗਿਆ। ਮੈਂ ਸਮਾਜਿਕ ਕੰਮਾਂ ਨੂੰ ਕਰਦਾ ਆ, ਜਾਂ ਲੋਕਾਂ ਦੇ ਨਾਲ ਕੋਈ ਵੀ ਇੱਦਾਂ ਦੇ ਕਿਸੇ ਨਾਲ ਅਤਿਆਚਾਰ ਹੁੰਦਾ ਜਾਂ ਜ਼ੁਲਮ ਹੁੰਦਾ ਆ, ਜਾਂ ਕਿਸੇ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਅਸੀਂ ਅੱਗੇ ਆਈਦਾ ਆ। ਇਹ ਸਾਨੂੰ ਇੱਕ ਸੇਵਕਾਈ ਦਿੱਤੀ ਗਈ ਆ ਵੀ ਤੁਸੀਂ ਜਿਹੜੇ ਲਾਚਾਰ ਆ ਲੋਕ, ਜਿਹੜੇ ਲੋਕ ਬੇਬਸ ਆ, ਜਿਨ੍ਹਾਂ ਦੀ ਕੋਈ ਗੁਹਾਰ ਨਹੀਂ ਲਾਉਂਦਾ, ਉਹਨਾਂ ਦੀ ਮਦਦ ਕਰੋ। ਇਹ ਅਸੀਂ ਆਪਣੀ ਕੁਆਲਿਟੀ ਨੂੰ ਜਾਣਿਆ। ਜਿਹੜੇ ਪਾਸਟਰ ਜਿਨ੍ਹਾਂ ਨੇ ਆਪਣਾ ਆਪ ਤਿਆਗਿਆ ਹੋਇਆ, ਜਿਹੜੇ ਰੋਜ਼ ਸਭਾਵਾਂ ਕਰਦੇ ਨੇ ਜਾਂ ਸੰਡੇ ਦੇ ਸੰਡੇ ਮੈਨੂੰ ਲੱਗਦਾ ਚੱਲਦਾ ਹੈ ਤੁਹਾਡਾ ਪ੍ਰੋਗਰਾਮ, ਉਹਨਾਂ ਕੋਲ ਪੂਰੀ ਪਾਵਰ ਹੈ ਕਿ ਉਹ ਬੰਦੇ ਨੂੰ ਠੀਕ ਕਰ ਦੇਣਗੇ, ਉਹਨਾਂ ਦਾ ਰੱਬ ਦੇ ਨਾਲ ਮੇਲ ਕਰਾਉਂਦੇ ਨੇ। ਹੁਣ ਤੁਸੀਂ ਇਹ ਸਵਾਲ ਤਾਂ ਬੜਾ ਅੱਛਾ ਕੀਤਾ। ਬਾਈਬਲ ਦੇ ਵਿੱਚ ਲਿਖਿਆ ਆ ਵੀ ਏਲੀਆ ਨਬੀ ਜਿਹਨੇ ਅਸਮਾਨ ਤੋਂ ਅੱਗ ਲਾਈ ਸੀ, ਕਿੱਥੋਂ ਲਾਈ ਸੀ? ਉਹਨੂੰ ਵੀ ਕਹਿਤਾ ਹੀ, ਉਹਨੇ ਇੱਕ ਹਵਾਲਾ ਦਿੱਤਾ। ਹੁਣ ਤੁਸੀਂ ਕਹੋਗੇ ਅਸਮਾਨ ਤੋਂ ਅੱਗ ਕਿੱਦਾਂ ਲੱਥ ਜੂ ਆ? ਇਹ ਵੀ ਸਵਾਲ ਬੜਾ ਆ, ਇਹ ਵੀ ਕੰਟਰੋਵਰਸੀ ਖੜੀ ਹੋਣ ਵਾਲੀ ਗੱਲ ਆ। ਉਹਨਾਂ ਨੇ ਅਸਮਾਨ ਤੋਂ ਅੱਗ ਲਾਈ ਤੇ ਏਲੀਆ ਨੇ ਇੱਕ ਗੱਲ ਕਹੀ, ਕਹਿੰਦਾ ਮੈਂ ਵੀ ਦੁੱਖ ਸੁੱਖ ਭੋਗਣ ਵਾਲਾ ਤੁਹਾਡੇ ਜਿਹਾ ਮਨੁੱਖ ਹਾਂ, ਲੇਕਿਨ ਉਹ ਵੀ ਸਾਡੇ ਵਰਗੇ ਆ। ਯਿਸੂ ਮਸੀਹ ਨੂੰ ਸੂਲੀ ਤੇ ਚਾੜ ਦਿੱਤਾ, ਉਹਨੇ ਕੋਈ ਸ਼ਕਤੀ ਦਿਖਾਈ? ਉਹਦੇ ਪਿੱਛੇ ਇੱਕ ਜਿਹੜੀ ਭਵਿੱਖਬਾਣੀਆਂ ਹੋਈਆਂ ਸੀ ਉਹ ਪੂਰੀਆਂ ਹੋਈਆਂ। ਯਿਸੂ ਮਸੀਹ ਤਾਂ ਮੁਰਦਿਆਂ ਚੋਂ ਵੀ ਜਿੰਦਾ ਹੋਇਆ, ਤੇ ਇਹ ਕਹਿਣਗੇ ਤਾਂ ਇਦਾਂ ਹੋ ਨਹੀਂ ਸਕਦਾ। ਔਰ ਯਿਸੂ ਮਸੀਹ ਤਾਂ ਇਹ ਵੀ ਕਹਿੰਦਾ ਵੀ ਜਿਹੜੇ ਹਜ਼ਾਰਾਂ ਸਾਲਾਂ 'ਚ ਜਿਹੜੇ ਕਬਰਾਂ 'ਚ ਪਏ ਆ, ਇਹ ਮੁਰਦੇ ਬਾਹਰ ਆ ਜਾਣਗੇ। ਲੜਾਈ ਤਾਂ ਫੇਰ ਕੀ ਕਰੋਗੇ ਵੀ ਭਾਈ, ਇਹ ਤਾਂ ਮੁਰਦੇ ਜਿਹੜੇ ਕਬਰਾਂ 'ਚੋਂ ਬਾਹਰ ਆ ਜਾਣੇ। ਹੁਣ ਮੁਰਦੇ ਹਲੇ ਕਬਰਾਂ 'ਚੋਂ ਵੀ ਬਾਹਰ ਆਣਾ, ਇਹ ਅਸੀਂ ਵਿਸ਼ਵਾਸ ਕਰਦੇ ਹਾਂ। ਆਉਣਗੇ, ਤੁਹਾਨੂੰ ਵਿਸ਼ਵਾਸ? ਇਹ ਸਾਨੂੰ ਵਿਸ਼ਵਾਸ ਆ। ਯਿਸੂ ਮਸੀਹ ਬੱਦਲਾਂ ਤੇ ਆਏਗਾ, ਸਾਨੂੰ ਵਿਸ਼ਵਾਸ ਆ। ਹੁਣ ਦੂਸਰੇ ਨੂੰ ਨਹੀਂ ਆ ਰਿਹਾ, ਇਹ 'ਚ ਸਾਡੀ ਕੋਈ ਨਹੀਂ, ਇਹ ਉਹਦੀ ਪਰਸਨਲੀ ਜ਼ਿੰਦਗੀ ਦਾ ਆ। ਲੇਕਿਨ ਬਾਈਬਲ ਲੱਗਦਾ ਵੀ ਸਾਇੰਸ ਤੇ ਪ੍ਰੈਕਟੀਕਲ ਤੋਂ ਪਰੇ ਦੀਆਂ ਗੱਲਾਂ ਨੇ, ਜਦੋਂ ਤੱਕ ਮੈਨੂੰ ਲੱਗਦਾ ਸਾਡੀ ਕਿਹੜੀ ਗੱਲਾਂ ਨੇ। ਸਾਇੰਸ ਮੈਂ ਤੁਹਾਨੂੰ ਦੱਸਿਆ ਗੱਲ, ਮੈਨੂੰ ਲੱਗਦਾ ਕਿ ਹੋ ਹੀ ਨਹੀਂ ਸਕਦਾ, ਬੰਦਾ ਮਰਿਆ ਵਾਪਸ ਨਹੀਂ ਆ ਸਕਦਾ। ਅੱਛਾ ਮੇਰੀ ਗੱਲ ਸੁਣੋ, ਜਿਹੜੇ ਬਾਈਬਲ ਦੇ ਵਿੱਚ ਜਿਹੜੇ ਹਵਾਲੇ ਦਿੱਤੇ, ਯਿਸੂ ਮਸੀਹ ਨੇ 4 ਦਿਨਾਂ ਤੋਂ ਮਰਿਆ ਲਾਜ਼ਰ ਨੂੰ ਜਿੰਦਾ ਕੀਤਾ। ਹੁਣ ਸਾਇੰਸ ਉੱਥੇ ਤੱਕ ਖੋਜ ਨਹੀਂ ਕਰਦੀ ਤੇ ਸਾਡਾ ਤੋਂ ਹੁਣ ਤੁਸੀਂ ਕਹ ਲਓ ਯਿਸੂ ਮਸੀਹ ਤੇ ਸਵਾਲ ਕਰੋਗੇ ਵੀ ਯਿਸੂ ਮਸੀਹ ਨੇ ਇਦਾਂ ਨਹੀਂ ਕੀਤਾ, ਇਹ ਮਿਥਿਓਲੋਜੀ ਆ, ਇਹ ਕਥਾ ਕਹਾਣੀ ਆ, ਕਾਲਪਨਿਕ ਕਹਾਣੀ ਆ। ਇਹ ਤੁਸੀਂ ਤਾਂ ਇਹਨੂੰ ਕਾਲਪਨਿਕ ਕਹਾਣੀ ਦਾ ਰੂਪ ਦੇ ਰਹੇ ਹੋ, ਪਰ ਅਸੀਂ ਸਾਡੀ ਸ਼ਰਧਾ ਆ। ਦੇਖੋ ਤੁਸੀਂ ਜਿਹੜਾ ਜਵਾਬ ਦੇ ਰਹੇ ਆ, ਤੁਸੀਂ ਇਹਨੂੰ ਕਾਲਪਨਿਕ ਕਥਾ ਕਹਾਣੀ ਦੱਸ ਰਹੇ ਹੋ। ਨਹੀਂ, ਮੈਂ
ਮੈਂ ਸਿਰਫ ਇੰਨੀ ਗੱਲ ਆਖੀ ਕਿ ਮੈਨੂੰ ਤੁਸੀਂ ਸਾਇੰਸ ਤੇ ਪ੍ਰੈਕਟੀਕਲ ਤੋਂ ਪਰੇ ਦੀਆਂ ਗੱਲਾਂ ਕਰ ਰਹੇ ਹੋ। ਮੈਂ ਕਿਸੇ ਨੂੰ ਨਹੀਂ, ਮਤਲਬ ਮੈਂ ਨਾ ਤਾਂ ਯਿਸੂ ਦੇ ਸਵਾਲ ਚੁੱਕੇ ਤੇ ਨਾ ਬਾਈਬਲ ਦੇ ਸਵਾਲ। ਪ੍ਰੈਕਟੀਕਲੀ ਗੱਲ ਕਰਨਾ ਚਾਹੁੰਦਾ। ਜੇ ਪ੍ਰੈਕਟੀਕਲੀ ਗੱਲ ਕਰੀਏ, ਅੱਜ ਚਰਚਾਂ ਦੇ ਵਿੱਚ ਜਿਹੜੀ ਹੀਲਿੰਗ ਹੋ ਰਿਹਾ ਆ, ਅੱਜ ਲੋਕ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਆ। ਪ੍ਰੈਕਟੀਕਲ ਇੱਕ ਗੱਲ ਆ, ਆਪਾਂ ਬੰਦਾ ਮਰਿਆ ਰੱਖ ਦਿੰਦੇ, ਤੁਸੀਂ ਜਿੰਦਾ ਕਰ ਦਿਓਗੇ, ਫਿਰ ਪ੍ਰੈਕਟੀਕਲ ਆ ਫਿਰ ਇਹ ਤਾਂ ਨਹੀਂ। ਜੇ ਤਾਂ ਯਿਸੂ ਮਸੀਹ ਨੂੰ ਜਦੋਂ ਸੂਲੀ ਤੇ ਚਾੜਨ ਲੱਗੇ ਸੀ ਨਾ, ਤੇ ਯਿਸੂ ਮਸੀਹ ਦੇ ਜਦੋਂ ਚਪੇੜਾ ਮਾਰਦੇ ਸੀ ਤੇ ਉਹਦੇ ਮੂੰਹ ਤੇ ਥੁੱਕਦੇ ਸੀ, ਉਹਦੀ ਦਾੜੀ ਨੋਚਦੇ ਸੀ, ਪਤਾ ਕੀ ਕਹਿੰਦੇ ਸੀ? ਵੀ ਤੂੰ ਇਹ ਕੰਮ ਕਰ ਦੇਂਗਾ? ਤੇ ਯਿਸੂ ਮਸੀਹ ਨੇ ਉਹਨੇ ਜਵਾਬ ਨਹੀਂ ਦਿੱਤਾ। ਇਹ ਤਾਂ ਬਾਈਬਲ ਦੇ ਵਿੱਚ ਲਿਖਿਆ ਆ, ਪਰਮੇਸ਼ਵਰ ਨੂੰ ਨਾ ਪਰਖੋ, ਪਰਮੇਸ਼ਵਰ ਨੂੰ ਨਾ ਪਰਖੋ। ਜਿਹੜੀ ਅੱਜ ਦੇ ਜਿਹੜਾ ਸਮਾਜ ਆ ਉਹ ਪਰਖਣ ਦੀ ਕੋਸ਼ਿਸ਼ ਕਰਦਾ। ਨਹੀਂ ਜਿਹਨੇ ਆਪਣਾ ਆਪ ਦੇਣਾ ਉਹ ਪਰਖੂਗਾ ਜ਼ਰੂਰ। ਨਹੀਂ ਦੇਖੋ, ਬਾਈਬਲ ਦੇ ਵਿੱਚ ਲਿਖਿਆ ਹੈ ਨਾ ਵੀ ਜੇ ਤੁਸੀਂ ਹੁਣ ਪਰਖਦੇ ਆ, ਉਹ ਕਹਿੰਦਾ ਮੈਨੂੰ ਪਰਖ ਕੇ ਦੇਖੋ, ਮੈਂ ਯਹੋਵਾ ਭਲਾ ਆ, ਮੈਂ ਦਇਆ ਕਰਨ ਵਾਲਾ ਆ। ਪਰਖਣਾ ਤਾਂ ਹੋਰ ਗੱਲ ਹੀ ਪਰਖੋ। ਜੇ ਤੇ ਜਿਹੜੀ ਦੇਖੋ, ਜੇ ਅਸੀਂ ਮੁਰਦਾ ਜਿੰਦਾ ਵੀ ਕਰ ਦਿੰਨੇ, ਇੱਕ ਦਿਨ ਤਾਂ ਉਹਨੇ ਫੇਰ ਮਰਨਾ। ਹੱਦ ਮੌਤ ਤਾਂ ਟਾਲਿਆ, ਡਿਪਲੋਮੈਟਿਕ ਜੀ ਗੱਲ ਹੋ ਗਈ। ਨਹੀਂ ਡਿਪਲੋਮੈਟਿਕ ਨਹੀਂ, ਮਰਨਾ ਤਾਂ ਉਹਨੇ ਫੇਰ ਆ, ਲੇਕਿਨ ਉਹਦੇ ਲਈ ਇੱਕ ਸਮਾਂ ਠਹਿਰਾਇਆ, ਮੁਰਦੇ ਉਹ ਕਬਰਾਂ ਚੋਂ ਬਾਹਰ ਆਉਣੇ ਆ। ਤੁਸੀਂ ਛੱਡੋ ਗੱਲ। ਮਤਲਬ ਇਹ ਵੀ ਕੋਈ ਸਮਾਂ ਰੱਖਿਆ ਗਿਆ ਸਮਾਂ ਰੱਖਿਆ ਗਿਆ, ਉਹਦੀਆਂ ਨਿਸ਼ਾਨੀਆਂ ਆ। ਉਹਦੇ ਨਿਸ਼ਾਨੀਆਂ ਇਹ ਆ, ਕੌਮ ਤੇ ਚੜ੍ਹਾਈ ਕਰੇਗੀ। ਇਹ ਜਿਹੜੀਆਂ ਅੱਜ ਕੌਮਾਂ ਚੜ੍ਹਾਈ ਕਰ ਰਹੀਆਂ, ਕੌਮ ਤੇ ਚੜ੍ਹਾਈ ਕਰੇਗੀ, ਲੜਾਈਆਂ ਲੱਗਣਗੀਆਂ, ਭੁਚਾਲ ਆਉਣਗੇ। ਹਲੇ ਬਹੁਤ ਸਾਰੇ ਬਾਈਬਲ ਦੇ ਵਿੱਚ ਇਹੋ ਜਿਹੇ ਪ੍ਰਮਾਣ ਦਿੱਤੇ ਗਏ ਆ। ਹਲੇ ਯਿਸੂ ਮਸੀਹ ਨੇ ਕਦੋਂ ਬੱਦਲਾਂ ਤੇ ਆਉਣਾ, ਉਹਦੇ ਸਾਰੇ ਪ੍ਰਮਾਣ ਦਿੱਤੇ ਗਏ ਆ ਵੀ ਕਦੋਂ ਉਹਨੇ ਆਉਣਾ, ਕਿਵੇਂ ਆਉਣਾ, ਉਹਦੀਆਂ ਨਿਸ਼ਾਨੀਆਂ। ਅੱਜ ਜਿਹੜੀਆਂ ਨਿਸ਼ਾਨੀਆਂ ਪੂਰੀਆਂ ਇਹ ਹਜ਼ਾਰਾਂ ਸਾਲ ਅਸੀਂ ਤਾਂ ਦੇਖਦੇ ਹਾਂ, ਜੋ ਬਾਈਬਲ 'ਚ ਲਿਖਿਆ ਉਹ ਸੱਚ ਹੋ ਰਿਹਾ ਆ। ਚਲੋ ਇਹ ਮੈਨੂੰ ਲੱਗਦਾ ਵੀ ਇਹ ਤਾਂ ਆਪਾਂ ਜਿੰਨਾ ਚਿਰ ਮਰਜ਼ੀ ਗੱਲਾਂ ਕਰੀ ਜਾਈਏ, ਇਹ ਜਿੰਨੀ ਮਰਜ਼ੀ ਹੋ ਜੂਗੀ। ਹੁਣ ਥੋੜਾ ਜਿਹਾ ਅੱਜ ਦੇ ਮਾਹੌਲ ਤੇ ਆ ਜਾਈਏ ਕਿ ਜਿਵੇਂ ਸਿੱਖਾਂ ਨੇ ਆਖਿਆ ਉੱਥੇ ਤੁਹਾਡਾ ਜੰਡਿਆਲਾ ਗੁਰੂ ਦੇ ਵਿੱਚ ਝੜਪ ਹੋਈ, ਕੋਈ ਗ੍ਰਿਫਤਾਰੀ ਉਹਦੇ ਵਿੱਚ ਹੋਈ ਹੈ? ਜਿਹੜੀ ਪੱਟੀ ਚਰਚ ਦੇ ਵਿੱਚ ਭੰਨਤੋੜ ਹੋਈ, ਕੀ ਉਹਦੇ ਵਿੱਚ ਗ੍ਰਿਫਤਾਰੀ ਹੋਈ ਹੈ? ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ? ਤੇ ਤੁਸੀਂ ਹੁਣ ਕਹਿੰਦੇ ਹੋ ਕਿ 27 ਤਰੀਕ ਨੂੰ ਅਸੀਂ ਪੰਜਾਬ ਬੰਦ ਦੀ ਕਾਲ ਦਿੱਤੀ ਹੋਈ ਹੈ, ਇਹਨਾਂ ਮੁੱਦਿਆਂ ਕਰਕੇ ਦਿੱਤੀ ਹੈ ਕਿ ਜਾਂ ਕੋਈ ਹੋਰ ਮਸਲਾ? ਦੇਖੋ ਜੀ, ਜਿਹੜੇ ਆਏ ਦਿਨ ਸੋਸ਼ਲ ਮੀਡੀਆ ਤੇ ਸਾਡੇ ਤੇ ਝੂਠੇ ਦੋਸ਼, ਬੇਬੁਨਿਆਦ ਦੋਸ਼ ਲਾਏ ਜਾ ਰਹੇ ਆ ਵੀ ਇਹ ਜਬਰਨ ਧਰਮ ਪਰਿਵਰਤਨ ਕਰ ਰਹੇ ਆ, ਇਹ ਲਾਲਚ ਦੇ ਕੇ ਧਰਮ ਪਰਿਵਰਤਨ ਕਰ ਰਹੇ ਆ, ਇਹ ਪਖੰਡਵਾਦ ਫੈਲਾ ਰਹੇ ਆ। ਇੱਕ ਤਾਂ ਅਸੀਂ ਇਹ ਜਿਹੜੇ ਸ਼ਰਾਰਤੀ ਅੰਸਰ ਆ ਜੋ ਅਸੀਂ ਧਰਮ ਦੇ ਵਿੱਚ ਕਰ ਰਹੇ ਆ, ਸਾਡੇ ਧਰਮ ਤੇ ਟਿੱਪਣੀ ਨਾ ਕੀਤੀ ਜਾਵੇ। ਅਸੀਂ ਕਿਸੇ ਧਰਮ ਤੇ ਟਿੱਪਣੀ ਨਹੀਂ ਕਰ ਰਹੇ। ਹੁਣ ਮੈਂ ਤੁਹਾਡੇ ਕੋਲ ਵੀਡੀਓ ਦਿਖਾ ਦਿੰਨਾ ਵੀ ਆਹ ਸਿੱਖ ਭਾਈਚਾਰੇ ਦੇ ਵਿੱਚ ਆਹ ਦੇਖੋ ਕੀ ਆ, ਤੁਸੀਂ ਵੀਡੀਓ 'ਚ ਦੇਖ ਸਕਦੇ ਆ। ਆ ਗੁਰਦੁਆਰਿਆਂ ਦੇ ਵਿੱਚ ਹੀ ਹੋ ਰਿਹਾ। ਕਿੱਕਰ ਨੂੰ ਮਠਿਆਈ ਲੱਗਣ ਵਾਲੇ ਇਸ ਸਥਾਨ ਤੇ ਬਵਾਸੀਰ ਗੁਰਦੁਆਰੇ 'ਚ ਲੜਿਆ, ਪਰਸੋਂ ਦੀ ਗੱਲ ਹੈ। ਅੱਛਾ, ਤੁਹਾਡੀ ਡੇਲੀ ਪੋਸਟ ਦੀ ਵੀ ਪਈ ਆ ਖਬਰ, ਉਹਦੇ ਵਿੱਚ ਇਹ ਲਿਖੀ ਆ ਵੀ ਇਸ ਸਥਾਨ ਤੇ ਮਿਲਦੀ ਹੈ ਪੁੱਤਰ ਦੀ ਦਾਤ, ਮੱਥਾ ਟੇਕਣ ਤੇ ਇਸ਼ਨਾਨ ਕਰਨ ਨਾਲ ਸ਼ਰਤੀਆ ਮੁੰਡਾ, ਵੀ ਸ਼ਰਤੀਆ ਮੁੰਡਾ ਹੋਏਗਾ। ਇਹ ਇਹਨਾਂ ਦੀ ਆਸਥਾ ਹੈ, ਅਸੀਂ ਤੇ ਟਿੱਪਣੀ ਨਹੀਂ ਕਰ ਰਹੇ। ਫਿਰ ਉਹਦੇ ਵਿੱਚ ਇਹ ਲਿਖਿਆ ਵੀ ਗੁਰੂ ਘਰ ਦਾ ਇੱਥੇ ਜੋੜਾ ਪਿਆ ਆ, ਵੀ ਜੇ ਜੋੜਾ ਮੱਥੇ ਨੂੰ ਲਾਇਆ ਜਾਵੇ ਤੇ ਉਹ ਇੱਥੇ ਕੈਂਸਰ, ਚਮੜੀ ਦੇ ਰੋਗ, ਮਾਨਸਿਕ ਰੋਗ ਚੰਗੇ ਹੋ ਜਾਣਗੇ। ਫਿਰ ਨਾਰੀਅਲ ਚੜਾਉਣ ਦੇ ਨਾਲ ਇਹ ਗੁਰਦੁਆਰਿਆਂ 'ਚ ਹੋ ਰਿਹਾ। ਅਸੀਂ ਤਾਂ ਕਦੀ ਟਿੱਪਣੀ ਕੀਤੀ ਨਹੀਂ ਵੀ ਇਹ 'ਤੇ ਕੀ ਸਵਾਲ ਆ। ਇਹ ਵਿਦ ਸਾਡੇ ਕੋਲ ਐਵੀਡੈਂਸ ਆ ਜਿਹੜੇ ਸੋਸ਼ਲ ਮੀਡੀਆ ਤੇ ਆ, ਠੀਕ ਹੈ, ਤੁਹਾਡੇ ਚੈਨਲ ਦਾ ਹੀ ਆ, ਤੁਸੀਂ ਦੇਖ ਸਕਦੇ ਆ। ਔਰ ਅਸੀਂ ਜੇ ਇਹਨੂੰ ਕਹੀਏ ਕਥਾ ਕਹਾਣੀਆਂ ਆ, ਅਸੀਂ ਇਹਨਾਂ ਦੀ ਸ਼ਰਧਾ ਤੇ, ਇਹਨਾਂ ਦੀ ਸਿੱਖਿਆ ਤੇ ਕੋਈ ਕਮੈਂਟ ਨਹੀਂ ਕਰ ਰਹੇ। ਪਰ ਸਾਡੀ ਸਿੱਖਿਆ ਤੇ ਕਮੈਂਟ ਕਿਉਂ ਕੀਤੇ ਜਾ ਰਹੇ ਆ? ਜਿਹੜੇ ਡੱਡੂਆਣੇ ਦੇ ਵਿੱਚ ਘਟਨਾ ਘਟੀ ਚਰਚ ਦੇ ਵਿੱਚ, ਉਹ ਬੜੀ ਨਿੰਦਣਯੋਗ ਆ। ਔਰ ਜਿਹੜੀ ਤਰਨਤਾਰਨ ਪੱਟੀ ਦੇ ਵਿੱਚ ਘਟਨਾ ਘਟੀ, ਉਹ ਵੀ ਇੱਕ ਨਿੰਦਣਯੋਗ ਆ। ਕਿਹੜੇ ਸ਼ਰਾਰਤੀ ਅੰਸਰ ਆ? ਚਲੋ ਇਹ ਪੱਟੀ ਦੇ ਵਿੱਚ ਤਾਂ ਉਹਨਾਂ ਵਿੱਚ ਕੋਈ ਤਸਵੀਰਾਂ ਵਿਅਕਤੀਆਂ ਦੀਆਂ ਆਈਆਂ, ਲੇਕਿਨ ਉਹ ਪਤਾ ਨਹੀਂ ਵਿਅਕਤੀ ਕੌਣ ਸਨ। ਉਹਦੇ ਤੇ ਮਾਨਯੋਗ ਮੁੱਖ ਮੰਤਰੀ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਵੀ ਇਹ ਨਿੰਦਣਯੋਗ ਗੱਲ ਆ। ਪ੍ਰਸ਼ਾਸਨ ਨੇ ਇਹ ਰੱਖ ਦਿੱਤਾ ਵੀ ਉਹਨਾਂ ਨੂੰ ਕਿੰਨਾ ਨਾਮ ਦਿੱਤਾ ਜਾਏਗਾ, ਇਹ ਵੀ ਜਿਹੜਾ ਉਹਨਾਂ ਵਿਅਕਤੀਆਂ ਨੂੰ ਦੱਸੇਗਾ ਇਹ ਕਿੰਨੇ ਲੱਖ ਰੁਪਇਆ ਦਿੱਤਾ ਜਾਊਗਾ, 2 ਲੱਖ ਰੁਪਇਆ। ਵੀ ਮਤਲਬ ਪ੍ਰਸ਼ਾਸਨ ਜਿਨ੍ਹਾਂ ਕੋ ਜਿਹੜੇ ਉਹਨਾਂ ਦੇ ਸੈੱਲ ਬਣੇ ਆ, ਜਿਹੜੇ ਉਹਨਾਂ ਦੇ ਡਿਪਾਰਟਮੈਂਟ ਬਣੇ ਆ, ਉਹ ਜਨਤਾ ਨੂੰ ਕਹਿ ਰਿਹਾ ਤੁਸੀਂ ਦੱਸੋ ਜੀ ਤੁਹਾਨੂੰ 2 ਲੱਖ ਰੁਪਇਆ ਦੇਵਾਂਗੇ। ਭਾਈ ਤੁਹਾਡੇ ਜਿਹੜੇ ਸੈੱਲ ਬਣੇ ਆ, ਤੁਸੀਂ ਕੀ ਕੰਮ ਕਰਨਾ? ਪ੍ਰਸ਼ਾਸਨ ਕੋਈ ਕੰਮ ਨਹੀਂ ਕਰ ਰਿਹਾ। ਪ੍ਰਸ਼ਾਸਨ ਅਨਸੁਣੀ ਕਰ ਰਿਹਾ ਆ, ਪ੍ਰਸ਼ਾਸਨ ਅਣਦੇਖਾ ਕਰ ਰਿਹਾ ਆ। ਔਰ ਪ੍ਰਸ਼ਾਸਨ ਨੇ ਪੱਟੀ ਤੇ ਤਰਨਤਾਰਨ ਜਿਹੜੀ ਪੱਟੀ ਦੇ ਵਿੱਚ ਘਟਨਾ ਘਟੀ, ਉੱਥੇ ਤਾਂ ਬੜੀ ਪ੍ਰਸ਼ਾਸਨ ਆਏ। ਤੇ ਜਿਹੜੀ ਡੱਡੂਆਣੇ ਦੇ ਵਿੱਚ ਘਟਨਾ ਘਟੀ ਚਰਚ ਦੇ ਵਿੱਚ, ਖੁੱਲੇ ਆਮ ਤਲਵਾਰਾਂ ਲੈ ਕੇ ਚਰਚ ਦੇ ਅੰਦਰ ਹੁੱਲੜਬਾਜੀ ਕੀਤੀ ਗਈ, ਨੰਗੀਆਂ ਤਲਵਾਰਾਂ ਲੈ ਕੇ ਪਾਸਟਰ ਨੂੰ ਮਾਰਨ ਦਾ ਯਤਨ ਕੀਤਾ ਗਿਆ, ਭੰਨ ਤੋੜ ਕੀਤੀ ਗਈ। ਉੱਥੇ ਨਾ ਤਾਂ ਉਹ ਨਿਹੰਗ ਸਿੰਘਾਂ ਨੂੰ ਗ੍ਰਿਫਤਾਰੀ ਪਈ ਅਤੇ ਨਾ ਹੀ ਉਹਨਾਂ ਤੇ ਕੋਈ ਜੁਰਮ 'ਚ ਵਾਧਾ ਕੀਤਾ ਗਿਆ। ਉਹਨਾਂ ਤੇ 295 ਦਰਜ ਕਰਕੇ ਇਹ ਕਰ ਦਿੱਤੀ, ਨਾ ਤਾਂ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰੀ ਪਈ, ਨਾ ਜੁਰਮ 'ਚ ਵਾਧਾ ਕੀਤਾ ਗਿਆ। ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਅੰਮ੍ਰਿਤਸਰ ਦਾ ਆ, ਜਿੱਦਾਂ ਉਹਨਾਂ ਨਾਲ ਰਲਿਆ ਹੋਇਆ ਆ,
ਸਾਡਾ ਸਾਨੂੰ ਲੱਗ ਰਿਹਾ ਆ ਜੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਦੋਸ਼ੀ ਅੱਜ ਵੀ ਸਲਾਖਾਂ ਤੋਂ ਬਾਹਰ ਤੁਰੇ ਫਿਰਦੇ ਆ ਤੇ ਇਸੇ ਕਰਕੇ ਜਿਹੜੇ ਹੋਰ ਵੀ ਬਹੁਤ ਸਾਰੇ ਕਈ ਜਗ੍ਹਾ ਤੇ ਪਾਸਟਰਾਂ ਤੇ ਹਮਲੇ ਹੋ ਰਹੇ ਆ, 295 ਦੇ ਪਰਚੇ ਦਰਜ ਹੋ ਰਿਹਾ, ਜਬਰਨ ਸਾਡੇ ਉੱਤੇ ਇਹ ਦੋਸ਼ ਲਾਏ ਜਾ ਰਹੇ, ਸਾਡੇ ਤੇ ਲਾਏ ਜਾ ਰਹੇ ਆ ਜਬਰਨ, ਸਾਡੇ ਤੇ ਲਾਏ ਜਾ ਰਿਹਾ ਜਬਰਨ, ਸਾਡੇ ਨਾਲ ਕੀਤਾ ਜਾ ਰਿਹਾ, ਪਾਸਟਰਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ, ਉਹਨਾਂ ਦੇ ਝੂਠੇ ਪਰਚੇ ਕੀਤੇ ਜਾ, ਜਿਹਦਾ ਕਰਕੇ ਅਸੀਂ ਪ੍ਰਸ਼ਾਸਨ ਤੋਂ, ਪ੍ਰਸ਼ਾਸਨ ਦੀ ਜਿਹੜੀ ਕਾਰਗੁਜ਼ਾਰੀ ਤੋਂ ਔਰ ਸਰਕਾਰ ਸਾਡੀ ਗੱਲ, ਸਾਡੀ ਗੁਹਾਰ ਸੁਣਨ ਨੂੰ ਤਿਆਰ ਨਹੀਂ, ਜਿਹਦਾ ਕਰਕੇ ਅਸੀਂ 27 ਤਰੀਕ ਦੀ ਇਹ ਚੱਕਾ ਜਾਮ ਦੀ ਕਾਲ ਦਿੱਤੀ ਆ ਵੀ ਜਿਹਦਾ ਕਰਕੇ ਮਸੀਹ ਸਮਾਜ ਰੋਡਾਂ ਸੜਕਾਂ ਤੇ ਆਏਗਾ। ਜੇ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਜਾਂ ਪ੍ਰਸ਼ਾਸਨ ਨੇ ਐਕਸ਼ਨ ਨਹੀਂ ਲਿਆ ਜਾਂ ਇਹ ਪੰਜਾਬ ਦੀ ਜਿਹੜੀ ਅਮਨ ਤੇ ਸ਼ਾਂਤੀ ਜਿਹੜੀ ਭੰਗ ਹੋ ਰਹੀ ਆ ਜਾਂ ਭਾਈਚਾਰੀ ਸਾਂਝ ਜਿਹੜੀ ਟੁੱਟਦੀ ਜਾ ਰਹੀ ਆ, ਉਹ 'ਚ ਸਰਕਾਰ ਅਜੇ ਕੋਈ ਵੀ ਕਦਮ ਨਹੀਂ ਉਠਾ ਰਹੀ, ਪ੍ਰਸ਼ਾਸਨ ਕੋਈ ਇਹੋ ਜਿਹੀ ਤਾਲਮੇਲ ਕਮੇਟੀ ਨਹੀਂ ਬਣਾ ਰਹੀ, ਪ੍ਰਸ਼ਾਸਨ ਵਿੱਚ ਸਹਿਯੋਗ ਨਹੀਂ ਦੇ ਰਹੀ ਵੀ ਇਹਨਾਂ ਨੂੰ ਇਕੱਠਾ ਕੀਤਾ ਜਾਵੇ, ਪ੍ਰਸ਼ਾਸਨ ਹੋਰ ਹੀ ਗੱਲਾਂ 'ਚ ਲੱਗੀ ਆ ਤੇ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ। ਇਹਦਾ ਮਤਲਬ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਮੈਂ ਤਾਂ ਕਹਿੰਦਾ ਵੱਡੀ ਭੂਮਿਕਾ ਪ੍ਰਸ਼ਾਸਨ ਵੀ ਨਿਭਾ ਰਿਹਾ ਆ ਤੇ ਵੱਡੀ ਭੂਮਿਕਾ ਸਰਕਾਰ ਵੀ ਨਿਭਾ ਰਹੀ ਹੈ। ਇਹਦੇ ਪਿੱਛੇ ਸੋਚੀ ਸਮਝੀ ਸਾਜ਼ਿਸ਼ ਤਹਿਤ ਇੱਦਾਂ ਲੱਗ ਰਿਹਾ ਆ, ਸਾਨੂੰ ਤਾਂ ਇੱਦਾਂ ਮਹਿਸੂਸ ਹੋ ਰਿਹਾ ਲੱਗਦਾ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਤੇ ਜਿਹੜਾ ਬਿੱਲ ਲੈ ਕੇ ਆਉਣਾ ਆ, ਇਹ ਉਹ ਸਾਜ਼ਿਸ਼ ਰਚੀ ਜਾ ਰਹੀ ਆ ਵੀ ਅਸੀਂ ਕਦ ਧਰਮ ਪਰਿਵਰਤਨ ਤੇ ਬਿੱਲ ਲੈ ਕੇ ਆਈਏ ਔਰ ਇਹਨਾਂ ਦੇ ਉੱਤੇ ਜਿਹੜੇ ਮਸੀਹ ਲੋਕ ਆ ਇਹਨਾਂ ਉਹ ਧਰਮ ਪਰਿਵਰਤਨ ਦੇ ਜ਼ਰੀਏ ਇਹਨਾਂ ਤੇ ਕਿੱਦਾਂ ਸ਼ਿਕੰਜਾ ਕੱਸੀਏ, ਲੇਕਿਨ ਅਸੀਂ ਕਦਾ ਵੀ ਹੋਣ ਨਹੀਂ ਦੇਵਾਂਗੇ। ਉਹਦੇ ਲਈ ਸਾਨੂੰ ਰੋਡਾਂ ਸੜਕਾਂ ਨੇ ਚਾਹੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਨਾ ਕਰਨਾ ਪਵੇ ਸਾਨੂੰ, ਅਸੀਂ ਹਲੇ ਚੱਕੇ ਜਾਮ ਦੀ ਗੱਲ ਹੈ, ਨਹੀਂ ਤਾਂ ਅਸੀਂ ਪੱਕੇ ਮੁੱਖ ਮੰਤਰੀ ਦੇ ਘਰ ਤੇ ਬਹਿ ਜਾਣਾ। ਇਹ ਤਾਮਿਲਨਾਡੂ ਦੇ ਵਿੱਚ ਵੀ ਇਹ ਕਾਨੂੰਨ ਪਾਸ ਕੀਤਾ ਸੀ 2002 ਦੇ ਵਿੱਚ ਤੇ 2006 ਦੇ ਵਿੱਚ ਕਾਨੂੰਨ ਰੱਦ ਕਰਨਾ ਪਿਆ, ਰਾਜਸਥਾਨ ਦੇ ਵਿੱਚ ਵੀ ਇਹ ਕਾਨੂੰਨ ਪਾਸ ਕੀਤਾ ਸੀ, ਉੱਥੇ ਰੱਦ ਕਰਨਾ ਪਿਆ, ਹੋਰ ਵੀ ਬਹੁਤ ਸਾਰੇ ਜਗ੍ਹਾ ਤੇ ਕਾਨੂੰਨ ਪਾਸ ਹੋ ਚੁੱਕਾ ਆ। ਲੇਕਿਨ ਜਿਹੜਾ ਪੰਜਾਬ ਇੱਕ ਇੱਥੇ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਸੋਚ ਧਾਰਮਿਕ ਆ, ਸਾਡੇ ਜਿਹੜੇ ਪੰਜਾਬ ਦੇ ਲੋਕਾਂ ਦੀ ਖਾਸ ਕਰ ਅਸੀਂ ਦੇਖੀ ਇਹਨਾਂ ਦੀ ਸੋਚ ਹੀ ਧਾਰਮਿਕ ਆ ਔਰ ਇਹ ਬੜੇ ਛੇਤੀ ਜਜ਼ਬਾਤੀ ਹੋ ਜਾਂਦੇ ਆ, ਭਾਵਿਕ ਹੋ ਜਾਂਦੇ ਆ, ਇੱਥੇ ਲੜਾਉਣਾ ਵੀ ਸੌਖਾ ਆ। ਅਸੀਂ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਅੱਗੇ ਵੀ ਅਪੀਲ ਕਰਦੇ ਆ, ਜਿਹੜੇ ਉਹਨਾਂ ਦੇ ਕਥਾਵਾਚਕ ਉਹਨਾਂ ਅੱਗੇ ਵੀ ਅਪੀਲ ਕਰਦੇ ਆ, ਤੁਸੀਂ ਆਪਣੇ ਧਰਮ ਦੇ ਵਿੱਚ ਜਿਹੜੀ ਆਪਣੇ ਪ੍ਰਚਾਰਕਾਂ ਦੀ ਸਿੱਖਿਆ ਨੂੰ ਵਧਾਓ, ਆਪਣੇ ਧਰਮ ਨੂੰ ਵਧਾਓ, ਆਪਣੇ ਧਰਮ ਦੇ ਵਿੱਚ ਅੱਛੇ ਕਥਾਵਾਚਕ ਲੈ ਕੇ ਆਓ, ਅੱਛੇ ਪ੍ਰਚਾਰਕ ਲੈ ਕੇ ਆਓ ਜਿਹੜੇ ਲੋਕਾਂ ਨੂੰ ਸਮਝਾ ਸਕਦੇ ਆ। ਸਾਡੇ ਧਰਮ ਦੇ ਵਿੱਚ ਨੁਕਤਾਚੀਨੀ ਕਰਨ ਦੀ ਕੋਈ ਲੋੜ ਨਹੀਂ। ਠੀਕ ਹੈ ਥਾਪਰ ਸਾਹਿਬ, ਧੰਨਵਾਦ ਸਮਾਂ ਦੇਣ ਦੇ ਲਈ। ਤਾਂ ਇਹਨਾਂ ਦੀਆਂ ਇਹ ਦਲੀਲਾਂ ਨੇ, ਇਲਜ਼ਾਮ ਨੇ ਕਿ ਸਾਡੇ ਉੱਤੇ ਪ੍ਰਸ਼ਾਸਨ ਆਪ ਸਕੰਜਾ ਕੱਸਣ ਦੀ ਤਿਆਰੀ ਦੇ ਵਿੱਚ ਆ, ਪ੍ਰਸ਼ਾਸਨ ਸਾਡੀ ਨਹੀਂ ਸੁਣ ਰਿਹਾ, ਸਰਕਾਰ ਸੁਣ ਨਹੀਂ ਰਹੀ। ਤਾਂ 27 ਤਰੀਕ ਨੂੰ ਇਹਨਾਂ ਨੇ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕਰਨ ਦੀ ਤਿਆਰੀ ਕਰ ਲਈ ਹੈ। ਜੇ ਸਰਕਾਰ ਇਹਨਾਂ ਦੀ ਗੱਲ ਨਾ ਸੁਣੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਕੋਈ ਵੱਡਾ ਐਕਸ਼ਨ ਵੀ ਦਿੱਤਾ ਜਾ ਸਕਦਾ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।